कथाकार ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ, ਜਿਨ੍ਹਾਂ ਦਾ ਅੱਜ ਦਾ ਪ੍ਰਸੰਗ ਹੈ ਬਾਬਾ ਬਕਾਲਾ ਸਾਹਿਬ ਅਮਾਨਤਸਰ, ਸ਼੍ਰੀ ਅੰਮ੍ਰਿਤਸਰ ਤੋਂ ਅਮਾਨਤਸਰ ਸਾਹਿਬ। ਅੱਜ ਦਿਨ ਦੇ ਸਮੇਂ ਅਮਾਨਤਸਰ ਸ਼੍ਰੀ ਅੰਮ੍ਰਿਤਸਰ ਦਰਸ਼ਨ ਕਰਨ ਦਾ ਸੁਭਾਗ ਵੀ ਮਿਲਿਆ। ਕੱਲ੍ਹ ਵੀ ਸੰਗਤਾਂ ਨੇ ਸਨਮਾਨਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਿਮਾ, ਕਰਤਾਰਪੁਰ ਦੀ ਜੰਗ, ਕੀਰਤਪੁਰ ਦਾ ਸੰਖੇਪ ਸੰਦੇਸ਼ ਸਰਵਣ ਕੀਤਾ। ਹੁਣ ਆਨੰਦ ਮਾਣੀਏ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਤੇ ਅਮਾਨਤਸਰ ਸਾਹਿਬ ਦਾ ਪ੍ਰਸੰਗ। ਇਹਨਾਂ ਤੋਂ ਉਪਰੰਤ ਪਰਮ ਪਿਆਰੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸ਼੍ਰੀ ਭੱਚੋ ਸਾਹਿਬ, ਉਹਨਾਂ ਵੱਲੋਂ ਅੱਜ ਦੇ ਸਮਾਗਮਾਂ ਵਿੱਚ ਵਿਸ਼ੇਸ਼ ਹਾਜ਼ਰੀ ਹੋਵੇਗੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਤਨਾਮ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧਰਮ ਰੱਖਿਅਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ
400 ਸਾਲਾ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਨਾਨਕਸਰ ਕੁਟੀਆ ਸਤਿਗੁਰਾਂ ਦੇ ਹਜ਼ੂਰ ਚੱਲ ਰਹੇ ਸਮਾਗਮ 36 ਦਿਨਾਂ ਦੇ ਜੋ ਗੁਰਮਤਿ ਸਮਾਗਮ ਹਨ, ਸੇਵਾ ਸਿਮਰਨ ਜਾਪ ਨੇਮ, ਤਿੰਨਾਂ ਸਮਾਗਮਾਂ ਦੇ ਵਿੱਚ ਤਨੋ ਮਨੋ ਹਾਜ਼ਰੀਆਂ ਲਵਾ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਇਹ ਜਿਹੜਾ ਸਮਾਂ ਸਾਨੂੰ ਮਿਲ ਰਿਹਾ ਹੈ, ਇਹ ਸਾਡੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਹੈ, ਸੁਨਹਿਰੀ ਦੌਰ ਹੈ, ਜਿਹੜਾ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਨੂੰ ਆ ਕੇ ਬੈਠਣ ਦਾ, ਹਰ ਜਸ ਕਰਨ ਕਰਾਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਸਤਿਗੁਰਾਂ ਦੇ ਜੀਵਨ ਦੀ ਕਥਾ ਆਪਾਂ ਲੜੀਵਾਰ ਰੂਪ ਦੇ ਵਿੱਚ ਸਰਵਣ ਕਰ ਰਹੇ ਹਾਂ। ਕੱਲ ਆਪਾਂ ਮਹਾਰਾਜ ਸਾਹਿਬ ਦੇ ਜੀਵਨ ਦੇ ਵਿੱਚੋਂ ਇਹ ਦਰਸ਼ਨ ਕੀਤੇ ਨੇ ਵੀ 1664 ਬਿਕਰਮ ਈਸਵੀ ਹੈ ਅਤੇ 1721 ਬਿਕਰਮੀ ਸੰਮਤ ਹੈ। ਚੇਤ ਮਹੀਨੇ ਦੀ ਪੂਰਨਮਾਸੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗਿਆਂ ਕਹਿ ਗਏ ਸਨ ਵੀ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਬਾਬਾ ਸ਼ਬਦ ਤਾਂ ਗੁਰੂ ਤੇਗ ਬਹਾਦਰ ਸਾਹਿਬ ਲਈ ਕਿਹਾ ਸੀ, ਇਹ ਵੀ ਆਪਾਂ ਵਿਚਾਰਿਆ, ਪਰ ਇਹਦਾ ਨਜਾਇਜ਼ ਫਾਇਦਾ ਲੈਂਦਿਆਂ ਹੋਇਆਂ ਕਈ ਸੋਢੀ ਤੇ ਕਈ ਹੋਰ ਪਖੰਡੀ ਲੋਕ ਬਾਬੇ ਬਕਾਲੇ ਸਾਹਿਬ ਆ ਕੇ ਦੁਕਾਨਾਂ ਖੋਲ ਕੇ ਬੈਠ ਗਏ। 22 ਨਕਲੀ ਗੁਰੂ ਬਣੇ ਬੈਠੇ ਨੇ ਬਾਬੇ ਬਕਾਲੇ ਦੀ ਧਰਤੀ ਤੇ। ਮੱਖਣ ਸ਼ਾਹ ਬਾਣੇ ਦਾ ਜਿਹਦਾ ਬੇੜਾ ਸਾਹਿਬਾਂ ਨੇ ਬੰਨੇ ਲਾਇਆ, 22 ਉਹ ਬਾਹਰ ਬੈਠੇ ਨੇ, ਪਰ ਬੇੜਾ ਫੇਰ ਉਹ ਭੋਰੇ ਵਾਲਾ ਬੰਨੇ ਲਾ ਰਿਹਾ ਹੈ। ਵੇਖੋ ਇਹ ਕਮਾਲ ਦੀ ਗੱਲ ਹੈ ਨਾ। ਜਿਹੜੀ ਚੀਜ਼ ਦੀ ਅਸਲ ਹੋਵੇ, ਨਕਲ ਵੀ ਇਹ ਗੱਲ ਜ਼ਰੂਰ ਹੈ ਵੀ ਉਸੇ ਚੀਜ਼ ਦੀ ਹੀ ਆਵੇਗੀ ਮਾਰਕੀਟ 'ਚ। ਜਿਹੜੀ ਚੀਜ਼ ਅਸਲੀ ਨਹੀਂ ਹੋਗੀ ਉਹਦੀ ਨਕਲ ਕਿਵੇਂ ਵਿਕੂਗੀ? ਸੋਨਾ ਅਸਲੀ ਹੈ, ਸੋਨੇ ਵਰਗੇ ਰੰਗ ਦੇ ਗਹਿਣੇ ਵਿਕਦੇ ਨੇ, ਹੀਰੇ ਜਵਾਹਰਾਤ ਅਸਲ ਹਨ ਕੀਮਤੀ ਕੱਚ, ਪਰ ਉਹਦੇ ਵਰਗਾ ਬੇਮੁੱਲਾ ਕੱਚ ਜਿਹੜਾ ਹੈ ਨਕਲ ਬਣ ਕੇ ਵਿਕਦਾ। ਖਾਣ ਵਾਲੀਆਂ ਵਸਤੂਆਂ ਵੱਲ ਆ ਜਾਓ ਅੱਜ ਦੇ ਸਮੇਂ, ਹਰ ਇੱਕ ਚੀਜ਼ ਅਸਲ ਹੈ ਸਾਡੀ ਜ਼ਿੰਦਗੀ 'ਚ ਪਹਿਲਾਂ ਤਾਂ, ਪਰ ਲਾਲਚੀ ਲੋਕ ਨਕਲ ਬਣਾ ਕੇ ਵੇਚਦੇ। ਉਹਦਾ ਕਾਰਨ ਹੁੰਦਾ ਹੈ ਵੀ ਪੈਸੇ ਜ਼ਿਆਦਾ ਕਮਾਉਣੇ ਆ। ਅਸਲ ਚੀਜ਼ ਵੇਚਣਗੇ ਪੈਸਾ ਨਹੀਂ ਮਿਲੂਗਾ, ਨਕਲ ਵੇਚਣਗੇ ਤਾਂ ਪੈਸਾ ਜ਼ਿਆਦਾ ਬਣਦਾ ਹੈ। ਆਪਾਂ ਵੇਖਦੇ ਹਾਂ ਇੱਥੋਂ ਤੀਕਰ ਖਾਣ ਵਾਲੀਆਂ ਵਸਤੂਆਂ, ਦੁੱਧ ਦਹੀਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਸਾਧਨਾਂ ਦੇ ਰਾਹੀਂ ਪ੍ਰਾਪਤ ਹੁੰਦਾ ਏ, ਉੱਥੇ ਖਾਦ ਵਰਗੇ ਜ਼ਹਿਰੀਲੇ ਪਦਾਰਥ ਪਾ ਕੇ ਵੀ ਦੁੱਧ ਬਣਾਉਣ ਤੋਂ ਸੰਕੋਚ ਨਹੀਂ ਕਰਦੇ। ਲੋਭੀ ਬੰਦਾ ਜਿਹੜਾ ਹੈ ਨਾ, ਉਹਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ, ਉਹਨੂੰ ਨਾ ਲੋਕਾਂ ਦੀ ਸਿਹਤ ਨਾਲ, ਨਾ ਸਮਾਜ ਨਾਲ, ਨਾ ਧਰਮ ਨਾਲ, ਕਿਸੇ ਨਾਲ ਵਾਹ ਵਾਸਤਾ ਨਹੀਂ ਹੈ। ਹੁਣ ਅਸਲੀ ਗੁਰੂ ਤਾਂ ਗੁਰੂ ਤੇਗ ਬਹਾਦਰ ਸਾਹਿਬ ਭੋਰੇ 'ਚ ਬੈਠੇ ਨੇ। ਮਹਾਰਾਜ ਸਾਹਿਬ ਨੂੰ ਜਿਵੇਂ ਆਪਾਂ ਕੱਲ ਇਹ ਵਿਚਾਰਿਆ ਵੀ ਕਿਹਾ ਵੀ ਹੈ ਮਾਤਾ ਜੀ ਨੇ ਵੀ ਤੁਸੀਂ ਬਾਹਰ ਕਿਉਂ ਨਹੀਂ ਬੈਠਦੇ। ਮਹਾਰਾਜ ਨਾਰਾਜ਼ ਹੋ ਕੇ ਨਗਰ ਤੋਂ ਬਾਹਰ ਬੈਠੇ ਰਹੇ, ਫਿਰ ਲੈ ਕੇ ਆਏ ਭੋਰੇ 'ਚ ਹੀ ਸਮਾਧੀ ਲਾਈ ਰੱਖੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮੱਖਣ ਸ਼ਾਹ ਲਬਾਣਾ ਜਦੋਂ ਪਹੁੰਚਿਆ ਬਾਬੇ ਬਕਾਲੇ ਸਾਹਿਬ ਤੇ ਖੁਸ਼ੀ ਦੇ ਨਾਲ ਪਹੁੰਚਿਆ, ਬੜਾ ਮਨ ਵਿੱਚ ਚਾਅ ਵੀ ਮੈਂ ਆਪਣੇ ਉਸ ਗੁਰੂ ਦੇ ਅੱਜ ਦਰਸ਼ਨ ਕਰਾਂਗਾ ਜਿਹਨੇ ਮੇਰਾ ਡੁੱਬਦਾ ਹੋਇਆ ਬੇੜਾ ਬੰਨੇ ਲਾਇਆ ਹੈ। ਪਰ ਉਹਦੀ ਖੁਸ਼ੀ ਜਿਹੜੀ ਹੈ ਕੁਝ ਸਮੇਂ ਦੇ ਵਿੱਚ ਚਿੰਤਾ ਦਾ ਸਬੱਬ ਬਣ ਗਈ। ਉਹਦਾ ਕਾਰਨ ਹੈ ਉਹ ਜਿਹੜੇ ਏਜੰਟ ਛੱਡੇ ਸਨ, ਜਿਹੜੇ ਕਮਿਸ਼ਨ ਲੈਂਦੇ ਸਨ ਮਸੰਦ ਲੋਕ ਨਕਲੀ ਗੁਰੂਆਂ ਦੇ, ਉਹ ਆਉਣੇ ਸ਼ੁਰੂ ਹੋ ਗਏ। ਨੁਮਾਇੰਦੇ ਆਏ, ਪਤਾ ਲੱਗ ਗਿਆ ਵੀ ਬੜਾ ਵੱਡਾ ਸ਼ਾਹੂਕਾਰ ਹੈ, 500 ਬੰਦਾ ਉਹਦੇ ਨਾਲ ਹੈ, ਹੋਰ ਵੀ ਵੱਡਾ ਕਾਫਲਾ ਹੈ, ਊਠ ਘੋੜੇ ਹਾਥੀ ਬਹੁਤ ਕੁਝ ਉਹਦੇ ਕਾਫਲੇ ਵਿੱਚ ਹੈ, ਕੱਪੜੇ ਸੋਹਣੇ ਨੇ। ਉਸੇ ਵੇਲੇ ਗਏ ਦੌੜਦੇ, ਕਹਿੰਦੇ
ਤੁਹਾਡੇ ਬਹੁਤ ਹੀ ਵੱਡੇ ਭਾਗ, ਸੱਚੇ ਗੁਰੂ ਤੁਹਾਡੇ ਤੇ ਬਹੁਤ ਹੀ ਖੁਸ਼ ਨੇ, ਉਹਨਾਂ ਨੇ ਸਾਨੂੰ ਆਪ ਘੱਲਿਆ ਵੀ ਜਾਓ ਸਿੱਖ ਨੂੰ ਲੈ ਕੇ ਆਓ। ਇੱਕ ਨੇ ਕਿਹਾ ਤਾਂ ਮੱਖਣ ਸ਼ਾਹ ਨੂੰ ਕੋਈ ਫਰਕ ਨਹੀਂ ਪਿਆ ਵੀ ਸੁਭਾਵਕ ਹੋ ਸਕਦਾ ਗੁਰੂ ਨੇ ਭੇਜਿਆ ਹੋਵੇ। ਇਹੀ ਗੱਲ ਦੂਸਰੇ ਨੇ ਆ ਕੇ ਕਹੀ। ਉਹ ਕਹਿੰਦਾ ਜਿਹੜਾ ਪਹਿਲਾਂ ਆਇਆ ਸੀ, ਕਹਿੰਦੇ ਉਹ ਤਾਂ ਐਵੇਂ ਝੂਠੇ ਆ, ਉਹਨਾਂ ਦੇ ਪੱਲੇ ਕੀ ਹੈ, ਸੱਚਾ ਗੁਰੂ ਤੇ ਸਾਡਾ ਹੈ। ਇੱਦਾਂ ਕਰਮਵਾਰ 22 ਬੰਦੇ 22 ਨੁਮਾਇੰਦੇ ਏਜੰਟ ਮੱਖਣ ਸ਼ਾਹ ਲਵਾਣੇ ਕੋਲ ਆਏ। ਇਹ ਗੱਲ ਸੁਣ ਕੇ ਬਹੁਤ ਚਿੰਤਾ ਵਿੱਚ ਚਲਾ ਗਿਆ। ਮੋਹਰਾਂ 500 ਹੈ, ਸੱਚਾ ਗੁਰੂ ਇੱਕ ਹੈ, ਇੱਥੇ 22 ਬਣੇ ਬੈਠੇ ਨੇ, ਹੁਣ ਮੈਂ ਕੀ ਕਰਾਂ। ਇਤਿਹਾਸਕਾਰ ਕਹਿੰਦੇ ਵੀ 3 ਦਿਨ ਮੱਖਣ ਸ਼ਾਹ ਲਵਾਣਾ ਚਿੰਤਾ 'ਚ ਰਿਹਾ। ਮਸੰਦ ਆ ਕੇ ਕਹਿੰਦੇ ਨੇ ਵੀ ਚਲੋ ਚੱਲੀਏ। ਇਹਨਾਂ ਸਾਰਿਆਂ 'ਚੋਂ ਵੱਡਾ ਅਡੰਬਰ ਧੀਰਮਲ ਨੇ ਰਚਿਆ ਹੈ। ਧੀਰਮਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ ਉਦੋਂ, ਜਿਸ ਕਰਕੇ ਉਹ ਜ਼ਿਆਦਾ ਦਾਅਵਾ ਕਰਦਾ ਸੀ ਵੀ ਅਸੀਂ ਤਾਂ ਆਦੀ ਬਾਬੇ ਹਾਂ, ਗੁਰਗੱਦੀ ਤਾਂ ਸਾਡੇ ਘਰ ਦੀ ਹੈ, ਪਹਿਲਾਂ ਮੇਰਾ ਭਰਾ ਫਿਰ ਭਤੀਜਾ, ਹੁਣ ਮੈਨੂੰ ਦੇ ਗਏ ਨੇ। ਤੇ ਕਹਿੰਦਾ ਵੀ ਇਹ ਤਾਂ ਉਦੋਂ ਹੀ ਸਾਬਤ ਹੋ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਮੈਨੂੰ ਗੁਰੂ ਗ੍ਰੰਥ ਸਾਹਿਬ ਉਹ ਪੇਸ਼ਗੀ ਵਜੋਂ ਦੇ ਦਿੱਤਾ ਸੀ ਵੀ ਧੀਰਮਲ ਤੂੰ ਗੁਰੂ ਬਣੇਗਾ। ਰੱਖਿਆ ਹਾਲਾਂਕਿ ਇਹਨੇ ਕਪਟਨਾ ਸੀ 6ਵੇਂ ਪਾਤਸ਼ਾਹ ਕੋਲ ਸਰੂਪ। ਤੇ ਆ ਕੇ ਬਾਬਾ ਬਿਧੀ ਚੰਦ ਜੀ ਨੇ ਕਿਹਾ ਵੀ ਸੀ ਵੀ ਮਹਾਰਾਜ ਤੁਹਾਡਾ ਹੈ ਪੋਤਰਾ, ਜੇ ਆਗਿਆ ਹੋਵੇ ਤਾਂ ਇਹਦਾ ਮੈਂ ਸੋਧਾ ਲਾ ਦਾਂ। ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੁਕਾ ਕੇ ਬੈਠ ਗਿਆ। ਤਾਂ ਮਹਾਰਾਜ ਕਹਿੰਦੇ ਨਹੀਂ, ਰਹਿਣ ਦੋ, ਉਹ ਕਪਟੀ ਹੈ, ਛਲੀਆ ਹੈ, ਪਰ ਹੈ ਤਾਂ ਸਾਡਾ ਆਪਣਾ ਹੀ ਨਾ। ਲੋਕ ਕਹਿਣਗੇ ਵੀ ਆਪਣੇ ਪੋਤਰੇ ਨੂੰ ਕੁੱਟਿਆ ਮਹਾਰਾਜ ਨੇ। ਇਹ ਸਰੂਪ ਲਿਆ ਇਹਨੇ ਛਲ ਕਰਕੇ ਸੀ, ਪਰ ਉਹ ਗੁਰਗੱਦੀ ਦਾ ਦਾਅਵਾ ਜ਼ਿਆਦਾ ਪੇਸ਼ ਕਰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੈ ਤੇ ਗੁਰੂ ਵੀ ਮੈਂ ਆ। 3 ਦਿਨ ਜਦੋਂ ਇਸ ਤਰ੍ਹਾਂ ਦੁੱਖ ਨਾ ਲੰਘੇ, ਫਿਰ ਵਿਉਂਤ ਕੀਤੀ ਵੀ ਪਰਖ ਕਰ ਲੈਣੀ ਚਾਹੀਦੀ ਹੈ। ਹੁਣ ਅੱਜ ਕੱਲ੍ਹ ਆਪਾਂ ਜਦੋਂ ਨਕਲ ਆਉਣ ਲੱਗ ਪਏ ਤਾਂ ਫਿਰ ਥੋੜ੍ਹੀ ਪਰਖ ਕਰਨ ਦੀ ਜਾਂਚ ਸਿੱਖਦੇ ਆ ਨਾ, ਵੀ ਅਸਲੀ ਚੀਜ਼ ਹੁਣ ਲੈਣੀ ਤਾਂ ਹੈ ਹੀ ਹੈ ਨਾ। ਕੁਝ ਨਾ ਕੁਝ ਸਾਧਨ, ਕੋਈ ਪਦਾਰਥ ਖਾਣ ਵਾਲਾ, ਸਬਜ਼ੀਆਂ ਭਾਜੀਆਂ, ਉਹਨਾਂ 'ਚ ਵੀ ਨਕਲ ਆਉਂਦੀ ਹੈ ਕਿਉਂਕਿ ਟੀਕੇ ਲੱਗਦੇ ਨੇ, ਪਰ ਖਾਣੋਂ ਤਾਂ ਨਹੀਂ ਬੰਦ ਕਰਦੇ। ਕੋਸ਼ਿਸ਼ ਕਰਦੇ ਆ ਵੀ ਸਹੀ ਮਿਲੇ। ਮੱਖਣ ਸ਼ਾਹ ਲਵਾਣਾ ਜੀ ਨੇ ਵੀ ਉਹ ਕੋਸ਼ਿਸ਼ ਕੀਤੀ। ਕੋਸ਼ਿਸ਼ ਕਰਦੇ ਆ, ਰਾਤ ਵਿਚਾਰ ਕੀਤੀ ਵੀ ਸਵੇਰੇ ਜਾਵਾਂ। ਹੁਣ ਗੁਰੂ ਨੂੰ ਪਰਖਣਾ ਸਿੱਖ ਦਾ ਕੰਮ ਤਾਂ ਨਹੀਂ ਹੈ, ਪਰ ਇਹ ਸੱਚੇ ਪਾਤਸ਼ਾਹ ਹੁਣ ਵਾਸਤਾ ਗੁਰੂ ਨਾਨਕ ਦੀ ਗੱਦੀ ਦਾ ਹੈ। ਝੂਠੇ ਬੈਠੇ ਨੇ, ਸੱਚੇ ਦੀ ਭਾਲ ਹੈ। ਕਿੰਨੀ ਸੰਗਤ ਆਈ ਹੈ ਦਰਸ਼ਨ ਕਰਨ, ਉਹਨਾਂ ਵੀ ਵੇਖਿਆ ਵੀ ਇਹ ਤਾਂ ਬਸ ਸਾਡੀ ਇਹ ਲੀੜੇ ਲਵਾਉਣ ਦਾ ਕੰਮ ਕਰਦੇ, ਕੱਪੜੇ ਲਵਾ ਰਹੇ, ਪੈਸਾ ਉਹ ਸਾਂਭੀ ਜਾ ਰਹੇ ਨੇ, ਝੂਠੀਆਂ ਹੀ ਅਸੀਸਾਂ ਸੰਗਤ ਨੂੰ ਦੇ ਰਹੇ ਨੇ। ਕਈ ਉਹਨਾਂ ਦੇ ਵਿਚਾਰੇ ਛਲ ਵਿੱਚ ਆ ਕੇ ਫਸ ਗਏ ਨੇ, ਤੇ ਕਈ ਨਿਰਾਸ਼ ਹੋ ਕੇ ਮੁੜ ਗਏ ਨੇ ਵੀ ਹੁਣ ਕਿਹਨੂੰ ਅਸੀਂ ਗੁਰੂ ਮੰਨੀਏ, ਵੀ ਇਹ ਤਾਂ ਨਕਲੀ ਬਾਈ ਬੈਠੇ ਨੇ। ਪਖੰਡ ਦਾ ਅਡੰਬਰ ਰਚਿਆ ਹੈ, ਸੱਚਾ ਗੁਰੂ ਭੋਰੇ 'ਚ ਹੈ। ਸਾਧ ਸੰਗਤ ਕਈ ਵਾਰਾਂ ਕੀ ਹੋ ਜਾਂਦਾ ਏ ਵੀ ਜਿਹੜਾ ਪਖੰਡ ਹੈ ਨਾ, ਇਹ ਪਖੰਡ ਗੁਰੂ ਕਲਗੀਧਰ ਸਾਹਿਬ ਜੀ ਨੇ ਇਹਦੇ ਬਾਰੇ ਲਿਖਿਆ। ਇੱਕ ਪਖੰਡ ਦੀ ਪਹਿਲਾਂ ਉਸਤਤ ਕੀਤੀ ਆ, ਫਿਰ ਪਖੰਡ ਕਰਨ ਵਾਲੇ ਦਾ ਹਸ਼ਰ ਕੀ ਹੁੰਦਾ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ। ਸਾਹਿਬਾਂ ਦਾ ਬਚਨ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਇਹ ਪਖੰਡ ਦੀ ਵਡਿਆਈ ਹੈ ਵੀ ਜਦੋਂ ਅਸੀਂ ਭੇਖ ਬਣਾਉਂਦੇ ਆ ਨਾ, ਭੇਖ ਬਣਾ ਕੇ ਸੋਹਣੇ ਬਣ ਕੇ ਵੇਖਣ ਵਾਲਾ ਕਹੇ ਵੀ ਬੜਾ ਪੁੱਜਿਆ ਹੋਇਆ ਸੰਤ, ਕੋਈ ਮਹਾਤਮਾ, ਇਹਦਾ ਬ੍ਰਹਮ ਗਿਆਨੀ ਹੈ ਜੀ, ਸਾਡੇ ਮਹਾਂਪੁਰਖ ਤਾਂ ਇਹ ਤਾਂ ਬ੍ਰਹਮ ਗਿਆਨੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਵੀ ਉਸ ਵੇਲੇ ਫਿਰ ਲੋਕ ਉਹਦੇ ਛਲਾਵੇ 'ਚ ਆ ਕੇ ਮੰਨ ਜਾਂਦੇ ਨੇ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਲੋਕ ਵਸ ਹੋ ਜਾਂਦੇ ਆ ਵੀ ਬਿਲਕੁਲ ਇਹ ਠੀਕ ਹੋਵੇਗਾ। ਪਰ ਨਾਲ ਹੀ ਸਾਹਿਬਾਂ ਨੇ ਕਿਹਾ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਜਿਵੇਂ ਕੈਂਚੀ ਨਾ ਕੱਟਦੇ ਆ ਨਾ ਆਪਾਂ, ਇੱਦਾਂ ਕਹਿੰਦੇ ਕੱਟਿਆ ਜਾਂਦਾ। ਇਹ ਬਚਨ ਮਹਾਰਾਜ ਨੇ ਕਿਹਾ ਵੀ ਇੱਕ ਪਖੰਡੀ ਨੂੰ ਸੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ, ਤੇ ਉਹਨੇ ਵੇਖਿਆ ਵੀ ਸੋਢੀਆਂ ਦੀ ਲੋਕ ਮਾਨ ਸਤਿਕਾਰ, ਵਾਹਿਗੁਰੂ ਬੇਦੀਆਂ ਦਾ ਲੋਕ ਮਾਨ ਸਨਮਾਨ ਕਰਦੇ ਨੇ ਵੀ ਗੁਰੂ ਨਾਨਕ ਸਾਹਿਬ ਦੀ ਬੰਸ ਦੇ ਸਾਹਿਬਜ਼ਾਦੇ ਨੇ। ਉਹ ਆਪਣੇ ਆਪ ਨੂੰ ਬੇਦੀ ਕਹਾਉਂਦਾ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਬੰਸ ਦਾ ਏ, ਤੇ ਭੇਖ ਬਣਾ ਕੇ ਥਾਂ ਥਾਂ ਪੂਜਾ ਕਰਾਉਂਦਾ ਫਿਰੇ। ਆਨੰਦਪੁਰ ਸਾਹਿਬ ਵੀ ਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਸਨ ਵੀ ਇਹ ਪਖੰਡੀ ਹੈ, ਪਰ ਭੇਖ ਉਹਨੇ ਬਣਾਇਆ ਸੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਵਾਲਾ। ਫਿਰ ਵੀ ਮਹਾਰਾਜ ਨੇ ਉਹਦਾ ਸਨਮਾਨ ਕਰ ਦਿੱਤਾ। ਇੱਥੋਂ ਤਾਈਂ ਵੀ ਆਪਣੇ ਪਲੰਘੇ ਤੇ ਬਹਾ ਲਿਆ
ਤੇ ਜਦੋਂ ਮਹਾਰਾਜ ਨੇ ਪਲੰਘੇ ਤੇ ਬਾਇਆ, ਕੋਈ ਉਹਦੀ ਸੇਵਾ ਕਰਾਈ, ਤੇ ਸੋਚਣ ਲੱਗ ਪਿਆ ਵੀ ਲੱਗਦਾ ਵੀ ਇਹ ਗੁਰੂ ਦਸਵਾਂ ਵੀ ਮੇਰੇ ਵਰਗਾ ਪਖੰਡੀ ਹੋਈ ਹੈ, ਵੀ ਇਹਨੂੰ ਪਤਾ ਹੀ ਨਹੀਂ ਮੇਰੇ ਨਾਲ ਵੀ ਮੈਂ ਤਾਂ ਨਕਲੀ ਐ, ਮੈਂ ਤਾਂ ਲੋਕਾਂ ਨੂੰ ਲੁੱਟਦਾ ਫਿਰਦਾ, ਤੇ ਗੁਰੂ ਨੂੰ ਵੀ ਮੇਰਾ ਪਤਾ ਨਹੀਂ ਲੱਗਦਾ। ਹੋ ਸਕਦਾ ਵੀ ਇਹ ਵੀ ਪਖੰਡੀ ਹੋਵੇ। ਉਹਨੇ ਮਨ 'ਚ ਖਿਆਲ ਲਿਆਂਦੇ ਹੀ ਸਨ। ਮਹਾਰਾਜ ਨੇ ਬਾਹੋਂ ਫੜ ਕੇ ਪਲੰਘੇ ਤੋਂ ਉਠਾਤਾ ਤੇ ਸਿੰਘਾਂ ਨੂੰ ਕਹਿਦਾ ਵੀ ਇਹਦੀ ਹੁਣ ਸੇਵਾ ਕਰੋ ਰੀਝ ਨਾਲ। ਵੀ ਅਸੀਂ ਮਹਾਰਾਜ ਦੇ ਭੇਖ ਕਰਕੇ ਇਹਦਾ ਸਤਿਕਾਰ ਫਿਰ ਵੀ ਕਰਤਾ ਵੀ ਇਹ ਪਖੰਡੀ ਹੈ, ਪਰ ਇਹ ਹੁਣ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਤਰਕ ਕਰਦਾ। ਫਿਰ ਉਹਨੂੰ ਕੁੱਟਿਆ ਸਿੰਘਾਂ ਨੇ। ਉਦੋਂ ਮਹਾਰਾਜ ਨੇ ਕਿਹਾ ਸੀ ਵੀ ਇਹ ਜਿਹੜਾ ਤੂੰ ਕੰਮ ਕਰਦਾ ਹੈ ਨਾ, ਠੀਕ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ ਅਨੰਤ ਕਾਲ ਕਾਤੀ ਕੱਟਿਓ ਬਾਸ ਨਰਕ ਮਲੀਨ। ਲੋਕ ਭਰਮ ਜਾਂਦੇ ਨੇ ਪਰ ਹਸ਼ਰ ਬੁਰਾ ਹੋਵੇਗਾ। ਹੁਣ ਇੱਥੇ ਵੀ ਸੰਗਤ ਭਰਮੀ ਹੈ, ਵਿਚਾਰੇ ਦੁਖੀ ਹੋ ਕੇ ਕਈ ਤਾਂ ਵਾਪਸ ਮੁੜਨ ਲੱਗ ਪਏ। ਕਈਆਂ ਨੇ ਉੱਥੇ ਹੀ ਡੇਰਾ ਲਾ ਲਿਆ ਵੀ 11 ਮਹੀਨੇ ਕੁਝ ਦਿਨ ਹੋ ਚੱਲੇ ਐ, ਆਸ ਹੈ ਵੀ ਗੁਰੂ ਸੱਚਾ ਜ਼ਰੂਰ ਪ੍ਰਗਟ ਹੋਏਗਾ। ਉਹ ਬਾਬੇ ਬਕਾਲੇ ਦੇ ਆਲੇ ਦੁਆਲੇ ਤੰਬੂ ਲਾ ਕੇ ਉਡੀਕ ਕਰ ਰਹੇ ਨੇ। ਮੱਖਣ ਸ਼ਾਹ ਤਿਆਰ ਹੋਇਆ ਅੱਜ, ਕਹਿੰਦਾ ਵੀ ਪਰਖ ਕਰਦੇ ਐ, 5-5 ਮੋਹਰਾਂ ਰੱਖਦੇ ਆ ਅੱਗੇ। ਕਈਆਂ 2 ਮੋਹਰਾਂ ਲਿਖਿਆ ਹੈ। ਵੱਡਾ ਸ਼ਾਹੂਕਾਰ ਸੀ, 5 ਮੋਹਰਾਂ ਭਾਵੇਂ ਉਸ ਸਮੇਂ ਬਹੁਤ ਵੱਡੀ ਗੱਲ ਹੈ ਸੋਨੇ ਦੀਆਂ, ਪਰ ਇਹਦੇ ਲਈ ਆਮ ਗੱਲ ਸੀ, ਕਿਉਂਕਿ ਸੈਂਕੜੇ ਸਮੁੰਦਰੀ ਜਹਾਜ਼ ਇਹਦੇ ਚੱਲਦੇ ਸਨ ਵਪਾਰ ਵਾਸਤੇ। ਆਇਆ ਚੱਲ ਕੇ ਸਭ ਤੋਂ ਪਹਿਲਾਂ ਧੀਰਮਲ ਦੇ ਡੇਰੇ ਆਇਆ। ਮਸੰਦ ਬੜੇ ਖੁਸ਼ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾਂ ਮੱਖਣ ਸ਼ਾਹ ਨੇ ਉੱਥੇ ਮੱਥਾ ਟੇਕਿਆ ਤੇ ਅਰਦਾਸ ਵੀ ਕੀਤੀ। ਤੇ ਅਰਦਾਸ ਇਹ ਕੀਤੀ ਵੀ ਜੇ ਇਹੀ ਸੱਚੇ ਗੁਰੂ ਹੋਣ ਤਾਂ ਜਿਹੜੀ ਮੇਰੀ ਮਦਦ ਕੀਤੀ ਤੇ ਜੋ ਮੈਂ 500 ਮੋਹਰਾਂ ਦੀ ਅਰਦਾਸ ਕਰਾਈ ਹੈ, ਜਹਾਜ਼ ਮੇਰਾ ਬੇੜਾ ਬੰਨੇ ਲਾਇਆ, ਇੱਕ ਮੂੰਹੋਂ ਮੰਗ ਕੇ ਲੈ ਲੈਣ, ਭਾਵੇਂ ਕਿ ਗੁਰੂ ਸੱਚੇ ਨੂੰ ਮਾਇਆ ਦੀ ਭੁੱਖ ਕੋਈ ਨਹੀਂ, ਪਰ ਹੁਣ ਮੇਰਾ ਭਰਮ ਨਹੀਂ ਨਿਵਰਤ ਹੋਏਗਾ। ਸੱਚਾ ਗੁਰੂ ਉਵੇਂ ਪਤਾ ਨਹੀਂ ਲੱਗੂ ਵੀ ਕੌਣ ਹੈ ਬਾਈਆਂ ਚੋਂ। ਮੱਖਣ ਸ਼ਾਹ ਲਬਾਣਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਤੇ ਆ ਕੇ ਧੀਰਮਲ ਦੇ ਅੱਗੇ ਵੀ ਇਹਨੇ ਮੱਥਾ ਟੇਕਿਆ। ਇਹਦੇ ਅੱਗੇ ਵੀ 5 ਮੋਹਰਾਂ ਰੱਖੀਆਂ ਤੇ ਬੈਠਾ ਏ ਤੇ ਅਰਦਾਸਾਂ ਦਿਲੋਂ ਦਿਲ ਕਰੀ ਜਾਂਦਾ ਵੀ ਇਹ ਮੂੰਹੋਂ ਮੰਗ ਕੇ ਕਹਿ ਦੇਵੇ ਮੱਖਣ ਸ਼ਾਹ ਲਬਾਣੇ ਸਾਡੀ 500 ਮੋਹਰ ਲੈ ਕੇ ਆ, ਜੋ ਸੁਖੀ ਸੀ। ਬੈਠੇ ਰਹੇ ਤੇ ਜਿਵੇਂ ਉਹ ਪਖੰਡੀਆਂ ਨੇ ਕੁਝ ਗੱਲ ਵਾਧੀ ਬਣਾਈ ਹੁੰਦੀ, ਵਰ ਦੇਣੇ ਸ਼ੁਰੂ ਕਰਤੇ। ਧੀਰਮਲ ਕਹਿੰਦਾ ਤੇਰੇ ਤੇ ਅਸੀਂ ਬਹੁਤ ਖੁਸ਼ ਹਾਂ, ਕਹਿੰਦੇ ਤੂੰ ਗੁਰੂ ਦਾ ਬਹੁਤ ਹੀ ਸਿਦਕੀ ਸਿੱਖ ਹੈ, ਸਿੱਖਾ ਬਹੁਤ ਹੀ ਤੇਰੇ ਚੰਗੇ ਭਾਗ, ਬੜੇ ਸੋਹਣੇ ਸਮੇਂ ਤੂੰ ਆ ਗਿਆ ਹੈ। ਹੋਰ ਬੜਾ ਕੁਝ ਕਿਹਾ। ਸਰੋਪਾ ਦਾ ਗੱਲ ਦੇ ਵਿੱਚ ਪਾ ਦਿੱਤਾ ਵੀ ਇਹ ਆਖੂਗਾ ਵੀ ਇਹਨੇ ਤਾਂ ਮੇਰਾ ਬਹੁਤਾ ਹੀ ਸਨਮਾਨ ਕੀਤਾ ਹੈ। ਪਰ ਜਦੋਂ ਉਹਦੇ ਦਿਲ ਦੀ ਆਸਾ ਮੱਖਣ ਸ਼ਾਹ ਲਬਾਣੇ ਦੀ ਪੂਰੀ ਨਹੀਂ ਹੋਈ, ਉਹਨੇ ਜਾਣਿਆ ਵੀ ਇਹ ਵੀ ਝੂਠਾ ਹੈ। ਤੁਰ ਪਿਆ। ਜਦੋਂ ਤੁਰਨ ਲੱਗਾ ਤੇ ਲਾਗੇ ਮਸੰਦ ਖਲੋਤੇ ਸੋਚਦੇ ਐ ਵੀ ਸੇਠ ਤਾਂ ਚੰਗਾ ਏ, ਪੈਸੇ 5 ਹੀ ਇਹਨੇ ਮੋਹਰਾਂ 5 ਹੀ ਚੜਾਈਆਂ ਨੇ, ਅਸੀਂ ਸੋਚਿਆ ਸੀ ਵੀ ਹੋਰ ਦੇਗਾ ਕੁਝ, ਪਰ ਫਿਰ ਵੀ ਕਹਿੰਦੇ ਇਹਦੇ ਨਾਲ ਸਤਿਕਾਰ ਰੱਖੋ ਹਾਲਾਂ ਜਿੰਨਾ ਚਿਰ ਇੱਥੇ ਹੀ ਹੈ। ਮੱਖਣ ਸ਼ਾਹ ਲਬਾਣਾ ਧੀਰਮਲ ਦੇ ਡੇਰੇ ਤੋਂ ਉੱਠਿਆ ਤੇ ਦੂਸਰੇ ਵੱਲ ਆਇਆ। ਉਹ ਵੀ ਉਸੇ ਤਰ੍ਹਾਂ ਹੀ ਰਟੀਆਂ ਰਟਾਈਆਂ ਅਸੀਸਾਂ ਦੇਈ ਜਾਣ ਵੀ ਗੁਰੂ ਤੇਰਾ ਭਲਾ ਕਰੇ, ਸਿੱਖਾ ਜਾ ਤੇਰਾ ਕਾਰੋਬਾਰ ਚੱਲੇ, ਤੇਰੇ ਕਮਾਈਆਂ ਵਿੱਚ ਬਰਕਤਾਂ ਪੈਣ। ਸੁੱਖਿਆ ਉੱਥੇ ਵੀ ਉਹੀ ਸੀ ਮਨ ਵਿੱਚ ਵੀ ਇਹ ਮੂੰਹੋਂ ਮੰਗੇ। ਕਰਦਿਆਂ ਬਾਈਆਂ ਦੇ ਅੱਗੇ ਮੱਥਾ ਟੇਕ ਆਇਆ ਇੱਕ ਦਿਨ 'ਚ ਮੱਖਣ ਸ਼ਾਹ ਲਬਾਣਾ, ਪਰ ਕਿਸੇ ਪਾਸਿਓਂ ਵੀ ਸਾਧ ਸੰਗਤ ਭਾਵਨਾ ਪੂਰੀ ਨਹੀਂ ਹੋਈ। ਨਿਰਾਸ਼ ਹੋ ਕੇ ਡੇਰੇ ਨੂੰ ਮੁੜਿਆ, ਬਹੁਤ ਦੁਖੀ ਹੋ ਗਿਆ। ਕਹਿਣ ਲੱਗਾ ਵੀ ਮੇਰੇ ਭਾਗ ਹੀ ਲੱਗਦਾ ਮਾੜੇ ਹੈ, ਅਸਲ ਦੇ ਵਿੱਚ ਸੱਚਾ ਗੁਰੂ ਜਿਹੜਾ ਇਹਨਾਂ ਬਾਈਆਂ ਦੇ ਵਿੱਚੋਂ ਤਾਂ ਨਹੀਂ ਹੈ। ਸੱਚਾ ਗੁਰੂ ਇਹ ਬਾਈਆਂ ਤੋਂ ਅਲੱਗਾ ਕੋਈ ਹੋਰ ਹੈ, ਕਿਉਂਕਿ ਇਹਨਾਂ ਨੇ ਤਾਂ ਮੇਰੇ ਦਿਲ ਦੀ ਭਾਵਨਾ ਬੁੱਝੀ ਨਹੀਂ। ਮੱਖਣ ਸ਼ਾਹ ਲਬਾਣੇ ਨੇ ਡੇਰੇ ਤੇ ਆ ਕੇ ਕੁਝ ਚਿੰਤਾ ਕੀਤੀ, ਕੁਝ ਦੁਖੀ ਹੋਇਆ। ਕਹਿੰਦਾ ਵੀ ਅਸਲ ਵਿੱਚ ਮੱਖਣ ਸ਼ਾਹ ਤੇਰੇ ਕਰਮ ਹੀ ਮਾੜੇ ਨੇ, ਜਿਹੜਾ ਸੱਚਾ ਗੁਰੂ ਤੈਨੂੰ ਦਰਸ਼ਨ ਨਹੀਂ ਦੇ ਰਿਹਾ। ਫਿਰ ਇਹਨੇ ਸੋਚਿਆ ਵਿਚਾਰਿਆ, ਅਰਦਾਸ ਕੀਤੀ ਵੀ ਜਦੋਂ ਮੈਨੂੰ ਸਮੁੰਦਰ ਦੇ ਵਿੱਚ ਬੇੜੇ ਡੁੱਬਤੇ ਤੋਂ ਬਚਾ ਸਕਦਾ ਏ, ਇੱਥੇ ਵੀ ਹੁਣ ਮੇਰਾ ਜ਼ਿੰਦਗੀ ਦਾ ਬੇੜਾ ਡੁੱਬ ਰਿਹਾ ਏ, ਤਾਂ ਉਹਦੇ ਅੱਗੇ ਅਰਦਾਸ ਕਿਉਂ ਨਾ ਕਰਾਂ। ਇਸ ਭਾਵਨਾ ਦੇ ਬਚਨ ਕਹੇ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ। ਮਹਾਰਾਜ ਡੁੱਬ ਚੱਲਿਆ, ਮੇਰੀ ਜ਼ਿੰਦਗੀ ਦੀ ਬੇੜੀ ਡੁੱਬ ਰਹੀ ਹੈ, ਤੇ ਸੱਚਿਆ ਪਾਤਸ਼ਾਹ ਤੂੰ ਆਪ ਦਰਸ਼ਨ ਦੇ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਓ ਆਨ ਦਿਨ ਨੀਤ।
ਮੈਂ ਦਰਸ਼ਨਾਂ ਦਾ ਪਿਆਸਾ ਹਾਂ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਹਾਰਾਜ ਕਿਰਪਾ ਕਰ ਮੇਰੇ ਤੇ ਮੈਨੂੰ ਦਰਸ਼ਨ ਬਖਸ਼। ਰਾਤ ਮੱਖਣ ਸ਼ਾਹ ਲਵਾਣੇ ਨੇ ਚਿੰਤਾ ਦੇ ਵਿੱਚ ਬਤੀਤ ਕੀਤੀ। ਅੰਮ੍ਰਿਤ ਵੇਲੇ ਉੱਠਿਆ, ਉੱਠ ਕੇ ਇਸ਼ਨਾਨ ਕੀਤਾ, ਜਪ ਸਾਹਿਬ ਦਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਇਹ ਪ੍ਰਣ ਕਰ ਲਿਆ ਅਰਦਾਸ ਕਰਕੇ ਵੀ ਉਹਨਾਂ ਚਿਰ ਮੈਂ ਅੰਨ ਜਲ ਗ੍ਰਹਿਣ ਨਹੀਂ ਕਰਾਂਗਾ ਜਿੰਨਾ ਚਿਰ ਸੱਚੇ ਗੁਰੂ ਦੇ ਮੈਨੂੰ ਦਰਸ਼ਨ ਨਹੀਂ ਹੋ ਜਾਂਦੇ। ਤੇ ਗੁਰਪੁਰਬ ਪ੍ਰਕਾਸ਼ ਦੇ ਕਰਤਾ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਲਿਖਿਆ ਵੀ 7 ਦਿਨ ਤੀਕਰ ਮੱਖਣ ਸ਼ਾਹ ਲਵਾਣੇ ਨੇ ਕੁਝ ਨਹੀਂ ਛਕਿਆ। ਇੱਧਰ ਸਿੱਖ ਪ੍ਰਣ ਕਰਕੇ ਬੈਠਾ, ਉਧਰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਭਾਈ ਮਿਹਰਾ ਗਿਆ, ਜਿਸ ਭਾਈ ਮਿਹਰੇ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੰਦਗੀ ਕਰ ਰਹੇ ਨੇ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ, ਜਿਨ੍ਹਾਂ ਦਾ ਆਪਾਂ ਜ਼ਿਕਰ ਕੱਲ੍ਹ ਵੀ ਕੀਤਾ ਸੀ ਵੀ ਇਹਦੇ ਘਰੇ ਚਰਨ ਪਾਏ ਆ ਕੇ, ਮਾਤਾ ਗੰਗਾ ਜੀ ਅਕਾਲ ਚਲਾਣਾ ਕਰ ਗਏ ਤੇ ਸਤਿਗੁਰੂ ਤੁਰ ਪਏ ਉੱਥੋਂ। ਕਹਿੰਦੇ ਵੀ ਅਸੀਂ ਜਾ ਕੇ ਜਿਹੜੀ ਪਾਠ ਦੀ ਮਰਿਆਦਾ ਅੰਮ੍ਰਿਤਸਰ ਸਾਹਿਬ ਕਰਨੀ, ਤੇ ਭਾਈ ਮਿਹਰੇ ਨੇ ਕਿਹਾ ਸੀ ਮਹਾਰਾਜ ਤੁਸੀਂ ਇੱਥੇ ਹੀ ਮਰਿਆਦਾ ਕਰ ਲੈਂਦੇ, ਇੱਥੇ ਦਸਤਾਰਬੰਦੀ ਤੁਹਾਡੇ ਮਾਤਾ ਜੀ ਦੀ ਤੁਹਾਨੂੰ ਹੋ ਜਾਂਦੀ, ਮੈਂ ਵੀ ਅੱਖੀਂ ਵੇਖ ਲੈਂਦਾ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਭਾਈ ਮਿਹਰਿਆ ਤੇਰੀ ਇਹ ਵੀ ਇੱਛਾ ਪੂਰੀ ਕਰਾਂਗੇ, ਸਾਡੇ ਤੋਂ ਬਾਅਦ ਜਿਹੜਾ ਹੋਰ ਤੀਸਰੇ ਥਾਂ ਤੇ ਆਵੇਗਾ ਨਾ, ਉਹਦੀ ਜੋ ਤੂੰ ਗਰਿਆਈ ਦੀ ਰਸਮ ਜੋ ਦਸਤਾਰਬੰਦੀ ਹੈ ਉਹ ਆਪਣੇ ਹੁੰਦਿਆਂ ਵੇਖੇਗਾ ਅੱਖਾਂ ਦੇ ਨਾਲ। ਤੇਰੀ ਉਮਰ ਉਹਨਾਂ ਚਿਰ ਜਿੰਨਾ ਚਿਰ ਉਹ ਪ੍ਰਗਟ ਨਹੀਂ ਹੁੰਦਾ ਉਹਨਾਂ ਚਿਰ ਤੂੰ ਜੀਵਤ ਰਹੇਗਾ। ਇਹਦੇ ਮਨ ਵਿੱਚ ਆਇਆ ਵੀ ਗੁਰੂ ਤਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਇਹਨੂੰ ਬਚਨ ਕਿਹਾ ਸੀ ਵੀ ਸਾਡੇ ਤੋਂ ਤੀਸਰੇ ਥਾਂ ਉਹਨਾਂ ਦੀ ਤੂੰ ਦਸਤਾਰਬੰਦੀ ਆਪਣੇ ਘਰੇ ਵੇਖੇਗਾ, ਉਹਨਾਂ ਚਿਰ ਮਰੇਗਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ, ਕਹਿੰਦਾ ਸੱਚੇ ਪਾਤਸ਼ਾਹ ਇੱਕ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਿਹੜਾ ਬਚਨ ਹੈ ਉਹ ਵੀ ਤੁਹਾਡੇ ਲਈ ਹੈ, ਕਿਉਂਕਿ ਬਾਬੇ ਤੁਸੀਂ ਹੋ, ਹੋਰ ਕੋਈ ਇੱਥੇ ਨਹੀਂ ਹੈ ਉਹਨਾਂ ਦਾ ਬਜ਼ੁਰਗ, ਦਾਦਾ ਲੱਗਦੇ ਜੋ ਤੁਸੀਂ। ਦੂਜਾ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਪਹਿਲਾਂ ਕਿਹਾ ਹੈ। ਤੇ ਮਹਾਰਾਜ ਹੁਣ ਇੱਕ ਸਿੱਖ ਆਇਆ ਹੈ, ਸੁਣਿਆ ਕੁਝ ਦਿਨਾਂ ਦਾ, ਉਹ ਸਾਰਿਆਂ ਗੁਰੂਆਂ ਦੇ ਡੇਰੇ ਗਿਆ, ਉੱਥੇ ਉਹਨੇ ਮੱਥੇ ਟੇਕੇ, ਤੇ ਮੇਰਾ ਮਨ ਕਰਦਾ ਵੀ ਉਹਨੂੰ ਮੈਂ ਜਾ ਕੇ ਦੱਸਾਂ ਵੀ ਸੱਚਾ ਗੁਰੂ ਭੋਰੇ 'ਚ ਬੈਠਾ ਏ, ਤੂੰ ਇੱਥੇ ਆਉਣਾ ਕਰ। ਇਹ ਗੱਲ ਸੁਣ ਕੇ ਭਾਈ ਮੇਰੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਇਹ ਗੁਰਸਿੱਖਾ ਇਹ ਗੱਲ ਜੋ ਤੂੰ ਸੋਚੀ ਆ ਨਾ, ਇਹ ਦੁਬਾਰਾ ਜ਼ੁਬਾਨ ਤੇ ਨਾ ਲਿਆਈ। ਜਿਹੜਾ ਸਾਨੂੰ ਪ੍ਰਗਟ ਕਰਨ ਦੀ ਸੋਚੇਗਾ, ਜਿਹੜਾ ਪ੍ਰਗਟ ਕਰੇਗਾ ਉਹਦਾ ਦਰਗਾਹੇ ਮੂੰਹ ਕਾਲਾ ਹੋਊਗਾ, ਉਹਦਾ ਅਸੀਂ ਦਰਗਾਹ 'ਚ ਮੂੰਹ ਕਾਲਾ ਕਰਾਂਗੇ। ਭਾਈ ਮੇਰਾ ਡਰ ਗਏ, ਉਹ ਚੁੱਪ ਹੋ ਗਏ। ਫਿਰ ਇੱਧਰ ਮਹਾਰਾਜ ਗੁਪਤੀ ਨੇ ਮੱਖਣ ਸ਼ਾਹ ਲਵਾਣੇ ਨੇ ਪ੍ਰਣ ਕੀਤਾ, ਪੁੱਛਿਆ ਮਸੰਦਾਂ ਨੂੰ ਵੀ ਇਹ ਬਾਈ ਜਿਹੜੇ ਗੁਰੂ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਸੋਢੀ ਇੱਥੇ ਰਹਿੰਦਾ? ਉਹਨਾਂ ਨਹੀਂ ਦੱਸਿਆ, ਪਰ ਨਗਰ ਦੇ ਕਹਿੰਦੇ ਵੀ ਇੱਕ ਬੱਚੇ ਨੇ ਦੱਸਿਆ ਵੀ ਰਹਿੰਦੇ ਤੇ ਹਨ, ਹੈ ਸੋਢੀ ਨੇ, ਪਰ ਉਹ ਗੁਰੂ ਬਣਨ ਦਾ ਦਾਅਵਾ ਨਹੀਂ ਕਰਦੇ। ਜਿਵੇਂ ਇਹਨਾਂ ਗੁਰੂ ਬਣਨ ਦਾ ਦਾਅਵਾ ਕੀਤਾ, ਉਹਨਾਂ ਗੁਰੂ ਬਣਨ ਦਾ ਦਾਅਵਾ ਨਹੀਂ ਕੋਈ ਕੀਤਾ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਨੇ, ਭੋਰੇ ਵਿੱਚ ਬੈਠੇ ਰਹਿੰਦੇ ਆ, ਬੰਦਗੀ ਕਰਦੇ ਆ, ਕਿਸੇ ਨਾਲ ਬੋਲਦੇ ਨਹੀਂ, ਚਾਲਦੇ ਨਹੀਂ, ਕਿਤੇ ਆਉਂਦੇ ਜਾਂਦੇ ਨਹੀਂ ਆ। ਇਹ ਗੱਲ ਜਦੋਂ ਮੱਖਣ ਸ਼ਾਹ ਲਵਾਣੇ ਨੇ ਸੁਣੀ, ਕਹਿੰਦੇ ਵੀ ਸੁਣਦੇ ਅਨੁਸਾਰ ਇਹਦੇ ਮਨ ਨੂੰ ਇੱਕਦਮ ਹੌਸਲਾ ਆਇਆ, ਕਿਉਂਕਿ ਬੇਨਤੀਆਂ ਕਰ ਰਿਹਾ ਸੀ ਮਹਾਰਾਜ ਮੈਂ ਉਹਨਾਂ ਚਿਰ ਅੰਨ ਜਲ ਨਹੀਂ ਗ੍ਰਹਿਣ ਕਰਨਾ ਜਿੰਨਾ ਚਿਰ ਸੱਚੇ ਗੁਰੂ ਦੇ ਦਰਸ਼ਨ ਨਾ ਹੋਣ, ਮਰ ਜਾਵਾਂਗਾ। ਤੇ ਮਰਨ ਕਿਨਾਰੇ ਪਿਆ, ਇੱਕਦਮ ਹੌਸਲਾ ਵੱਜਾ ਤੇ ਮਨ ਵਿੱਚ ਆਇਆ ਵੀ ਜ਼ਰੂਰ ਇਹੀ ਗੁਰੂ ਹੋਵੇਗਾ ਜਿਹੜਾ ਗੁਰੂ ਬਣਨ ਦਾ ਦਾਅਵਾ ਹੀ ਨਹੀਂ ਕਰਦਾ। ਤੇ ਜਦੋਂ ਤੁਰਨ ਲੱਗਾ ਤੇ ਇਤਿਹਾਸਕਾਰ ਲਿਖਦੇ ਆ ਵੀ ਮਸਾਂਦੇ ਦੇ ਦੁਆਲੇ ਇਕੱਠੇ ਹੋ ਗਏ। ਉਹ ਕਹਿਣ ਲੱਗੇ ਵੀ ਉਹ ਉੱਥੇ ਕੀ ਕਰਨਾ ਤੁਸੀਂ ਜਾ ਕੇ? ਇਹ ਸ਼ਬਦ ਵਰਤੇ ਆਪਾਂ ਨੂੰ ਜੋ ਕਹਿਣੇ ਪੈਂਦੇ। ਕਹਿੰਦੇ ਉਹ ਤਾਂ ਕਮਲਾ ਹੈ, ਕਹਿੰਦੇ ਵੀ ਉਹ ਨਾ ਕਿਸੇ ਨਾਲ ਬੋਲੇ ਨਾ ਚਾਲੇ। ਗੁਰੂ ਤੇਗ ਬਹਾਦਰ ਸਾਹਿਬ ਵਾਲੇ ਇਸ਼ਾਰਾ ਕਰਕੇ ਮਸੰਦ ਮੱਖਣ ਸ਼ਾਹ ਨੂੰ ਕਹਿੰਦੇ ਨਾ ਉਹਨੂੰ ਕਿਸੇ ਆਏ ਗਏ ਦਾ ਪਤਾ ਹੈ ਵੀ ਕਿਸੇ ਨੂੰ ਸਰੂਪਾ ਦੇਣਾ ਹੈ, ਕਿਸੇ ਦਾ ਮਾਨ ਸਨਮਾਨ ਕਰਨਾ ਹੈ, ਨਾ ਉਹ ਕਿਸੇ ਦੀ ਉਸਤਤੀ ਕਰਦਾ ਹੈ, ਨਾ ਕਿਸੇ ਕੋ ਕਰਾਉਂਦਾ ਹੈ। ਮਸਤ ਹੋਇਆ ਰਹਿੰਦਾ ਹੈ, ਜੇ ਬੈਠਾ ਹੈ ਤੇ ਬੈਠਾ ਰਹਿੰਦਾ, ਜੇ ਸੁੱਤਾ ਹੈ ਤਾਂ ਸੁੱਤਾ ਰਹਿੰਦਾ। ਹੋਰ ਵੀ ਕਈ ਤਰ੍ਹਾਂ ਦੇ ਸ਼ਬਦ ਕਹੇ, ਕਈ ਕੀਤੀ ਤਾਂ ਇਹਨਾਂ ਨੇ ਨਿੰਦਾ, ਪਰ ਨਿੰਦਾ 'ਚ ਵੀ ਉਸਤਤ ਸੀ ਵੀ ਉਹਨਾਂ ਨੂੰ ਕਿਸੇ ਨਾਲ ਮੇਲ ਮਿਲਾਪ ਰੱਖਣ ਦੀ ਕੋਈ ਇੱਛਾ ਖਾਸ ਹੀ ਨਹੀਂ ਹੈ। ਮੱਖਣ ਸ਼ਾਹ ਲਵਾਣਾ ਇੱਧਰੋਂ ਤੁਰ ਪਿਆ, ਅਰਦਾਸਾਂ ਕਰਦਾ ਜਾ ਰਿਹਾ ਹੈ। ਜਦੋਂ ਨਾਲ ਹੋਰ ਸਿੱਖ ਆਵਾਜ਼ ਆਈ, ਭੋਰੇ ਵਿੱਚ ਬੈਠੇ ਉੱਧਰ ਸਤਿਗੁਰੂ ਸਾਹਿਬ ਸੋਚ ਰਹੇ ਨੇ ਵੀ ਹੁਣ ਸਮਾਂ ਆ ਗਿਆ ਵੀ ਸਾਨੂੰ ਹੁਣ ਜਿਸ ਚੀਜ਼ ਤੋਂ ਅਸੀਂ ਗੁਪਤ ਹੋ ਕੇ ਬੈਠੇ ਸਾਂ ਉਹ ਸਾਨੂੰ ਹੁਣ ਬਚਨ ਕਰਨਾ ਪਏਗਾ। ਜੇ ਅਸੀਂ ਪ੍ਰਗਟ ਗੱਲ ਨਹੀਂ ਨਾ ਕਰਦੇ,
ਤਾਂ ਹੋ ਸਕਦਾ ਹੈ ਵੀ ਸਿੱਖਾਂ ਦੀ ਸਿੱਖੀ ਤੋਂ ਸ਼ਰਧਾ ਖਤਮ ਹੋ ਜਾਵੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਚਨ ਨੂੰ ਕਹਿਣ ਵੀ ਬਚਨ ਹੀ ਝੂਠਾ ਹੈ, ਗੁਰੂ ਨੇ ਜੋ ਕਿਹਾ ਹੈ ਉਹ ਤਾਂ ਬਿਲਕੁਲ ਹੈ ਹੀ ਨਹੀਂ, ਬਾਬੇ ਬਕਾਲੇ ਤਾਂ ਕੋਈ ਗੁਰੂ ਹੀ ਨਹੀਂ ਹੈ, ਤੇ ਸਿੱਖਾਂ ਦੀ ਸਿੱਖੀ ਤੋਂ ਸ਼ਰਧਾ ਟੁੱਟ ਜਾਏਗੀ। ਫਿਰ ਇਹ ਸਿੱਖ ਨੇ ਪ੍ਰਣ ਕੀਤਾ ਹੈ ਜਿਹੜਾ ਸਾਡੇ ਵੱਲ ਆ ਰਿਹਾ ਵੀ ਮੈਂ ਉਹਨਾਂ ਚਿਰ ਅੰਨ ਜਲ ਨਹੀਂ ਗ੍ਰਹਿਣ ਕਰਨਾ ਜਿੰਨਾ ਚਿਰ ਸੱਚਾ ਗੁਰੂ ਨਹੀਂ ਮੈਨੂੰ ਮਿਲਦਾ, ਤਾਂ ਇਹਦੇ ਪ੍ਰਾਣਾਂ ਦੀ ਹਾਨੀ ਹੋਵੇਗੀ। ਗੁਰੂ ਤੇਗ ਬਹਾਦਰ ਸਾਹਿਬ ਜੋ ਚਿੰਤਾ ਨੂੰ ਨਿਵਰਤ ਕਰਨ ਵਾਲੇ ਨੇ, ਉਹ ਚਿੰਤਾ 'ਚ ਪਏ ਨੇ ਵੀ ਸਿੱਖ ਨੇ ਤਾਂ ਪਰਚਾ ਪਾਇਆ ਹੈ ਵੀ ਬੋਲ ਕੇ ਦੱਸਣਾ ਪਊਗਾ ਵੀ ਸਾਡੀਆਂ ਭੇਟਾ ਇੰਨੀ ਮਾਇਆ ਭੇਟਾ ਏ, ਤੇ ਜਦੋਂ ਬੋਲ ਕੇ ਦੱਸਾਂਗੇ ਫਿਰ ਪ੍ਰਗਟ ਹੋਣਾ ਪਏਗਾ। ਜਦੋਂ ਪ੍ਰਗਟ ਹੋਵਾਂਗੇ ਤੇ ਇਹ ਸਾਰੀ ਜ਼ਿੰਮੇਵਾਰੀ ਚੁੱਕਣੀ ਪਏਗੀ। ਸਿੱਖ ਆਇਆ ਤੇ ਰੌਲਾ ਰੱਪਾ ਪਿਆ। ਮਹਾਰਾਜ ਨੇ ਇੱਕ ਨੇੜੇ ਸਿੱਖ ਰਹਿੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹਨੂੰ ਭੇਜਿਆ ਵੀ ਉਹ ਜਿਹੜਾ ਸਿੱਖ ਆ ਰਿਹਾ ਹੈ ਨਾ, ਉਹਨੂੰ ਕਹਿ ਵੀ ਜੇ ਮਿਲਣਾ ਹੈ ਤੇ ਇਕੱਲਾ ਆ ਕੇ ਮਿਲ, ਤੇ ਇੱਦਾਂ ਸ਼ੋਰ ਸ਼ਰਾਬਾ ਨਾ ਕਰ। ਇਹ ਆਇਆ ਇਕੱਲਾ ਹੀ, ਬਾਕੀ ਸਾਥੀ ਪਿਛਾਂਹ ਰੋਕ ਤੇ ਜਿੱਥੇ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੁਣ ਬਾਬੇ ਬਕਾਲੇ ਸਾਹਿਬ, ਉੱਥੇ ਕੱਚਾ ਕੋਠਾ ਸੀ ਤੇ ਹੇਠਾਂ ਭੋਰਾ ਸੀ। ਅੰਦਰ ਪ੍ਰਵੇਸ਼ ਕੀਤਾ। ਜਦੋਂ ਪ੍ਰਵੇਸ਼ ਕੀਤਾ ਉੱਥੇ ਮਾਤਾ ਨਾਨਕੀ ਮਾਤਾ ਗੁਜਰੀ ਜੀ ਦੇ ਵੀ ਪਹਿਲਾਂ ਦਰਸ਼ਨ ਹੋਏ। ਤੇ ਸਾਧ ਸੰਗਤ ਧੰਨ ਹੈ ਮਾਤਾ ਗੁਜਰੀ। ਆਪਾਂ ਕਹਿ ਦਿੰਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਬੰਦਗੀ ਕੀਤੀ ਹੈ, ਪਰ ਅਸਲ ਦੇ ਵਿੱਚ ਜੇ ਇਹ ਕਹੀਏ ਨਾ ਵੀ ਇੰਨਾ ਸਮਾਂ ਹੀ ਮਾਤਾ ਗੁਜਰੀ ਜੀ ਨੇ ਵੀ ਬੰਦਗੀ ਕੀਤੀ ਹੈ ਤੇ ਅਤ ਕਥਨੀ ਨਹੀਂ ਹੋਵੇਗੀ। 10ਵੇਂ ਪਾਤਸ਼ਾਹ ਵੀ ਤੇ ਲਿਖਿਆ ਹੈ ਵੀ ਤਾਤ ਮਾਤ, ਉੱਥੇ ਇਕੱਲਾ ਪਿਤਾ ਦਾ ਨਾਮ ਨਹੀਂ ਲਿਖਿਆ, ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ, ਵੀ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਤੇ ਸਾਡੀ ਮਾਤਾ ਗੁਜਰੀ ਜੀ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ। ਤੇ ਮਾਤਾ ਗੁਜਰੀ ਜੀ ਨੇ ਆਪਣਾ ਜੋ ਜਵਾਨੀ ਦਾ ਸਮਾਂ ਹੈ ਨਾ ਆਪਣੇ ਪਤੀ ਦੇ ਬੂਹੇ ਤੇ ਢਾਲਤਾ। ਸਾਧ ਸੰਗਤ 31 ਸਾਲ ਬਾਅਦ ਜਾ ਕਰਕੇ ਘਰ ਦੇ ਵਿੱਚ ਸੰਤਾਨ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਦੇ ਵਿੱਚ। ਤੇ ਸਾਡਾ ਇਤਿਹਾਸ ਕਿਸੇ ਨੇ ਵੀ ਇੱਕ ਐਸਾ ਲਫ਼ਜ਼ ਨਹੀਂ ਲਿਖਿਆ ਵੀ ਕਿਸੇ ਦਿਨ ਮਾਤਾ ਗੁਜਰੀ ਨੇ ਉਲਾਮਾ ਦਿੱਤਾ ਹੋਵੇ ਸਤਿਗੁਰੂ ਸਾਹਿਬ ਨੂੰ। ਮਹਾਰਾਜ ਜੇ ਅੰਦਰ ਬੰਦਗੀ ਕਰਦੇ ਰਹੇ ਤੇ ਮਾਤਾ ਗੁਜਰੀ ਜੀ ਨੇ ਵੀ ਪਹਿਰਾ ਦਿੱਤਾ ਦਰ ਤੇ ਸੇਵਾ ਕਰਕੇ। ਬੜਾ ਔਖਾ ਹੈ, ਜਵਾਨੀ ਦੀ ਉਮਰ ਮਾਤਾ ਗੁਜਰੀ ਜੀ ਨੇ ਮਹਾਰਾਜ ਦੀ ਸੇਵਾ 'ਚ ਢਾਲ ਦਿੱਤੀ। ਨਾ ਗੁਰਾਂ ਨੂੰ ਕਿਤੇ ਗਿਲਾ ਸ਼ਿਕਵਾ ਕੀਤਾ ਤੇ ਨਾ ਹੀ ਆਪਣੀ ਸੱਸ ਮਾਤਾ ਨਾਨਕੀ ਨੂੰ ਕਦੀ ਉਲਾਮਾ ਦਿੱਤਾ ਏ। ਕਈ ਵਾਰ ਕੋਈ ਰੋਸ ਹੋਵੇ ਤਾਂ ਆਪਾਂ ਸਾਹਮਣੇ ਵਾਲੇ ਨੂੰ ਸਿੱਧਾ ਨਾ ਕਹਿਣਾ ਹੋਵੇ ਤੇ ਉਹਦੇ ਨਾਲ ਦੇ ਸੰਬੰਧੀ ਨੂੰ ਕੋਈ ਰਿਸ਼ਤੇਦਾਰ ਨੂੰ ਉਲਾਮਾ ਦੇ ਦਿੰਦੇ ਆ, ਪਰ ਮਾਤਾ ਗੁਜਰੀ ਜੀ ਨੇ ਸਿਦਕ ਰੱਖਿਆ, ਸੰਤੋਖ ਤੇ ਸਬਰ ਰੱਖਿਆ, ਇਸ਼ਾਰਾ ਕੀਤਾ ਵੀ ਅੰਦਰ ਚਲੇ ਜਾਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਾ ਕੇ ਜਦੋਂ ਦਰਸ਼ਨ ਹੀ ਕੀਤੇ ਨੇ ਨਾ ਮੱਖਣ ਛਲ ਬਾਣੇ ਨੇ, ਤੇ ਬਾਹਰੋਂ ਹੀ ਇਹੀ ਬੇਨਤੀਆਂ ਕਰਦਾ ਜਾ ਰਿਹਾ, ਪਾਤਸ਼ਾਹ ਆਪਣੀ ਭੇਟਾ ਖੁਦ ਹੀ ਮੰਗ ਕੇ ਮੇਰੇ ਕੋਲ ਲੈ ਲਿਓ, ਮੇਰੇ ਮਰਦੇ ਦੇ ਪ੍ਰਾਣ ਰੱਖ ਲਓ, ਮੈਂ ਮਰ ਰਿਹਾ ਹਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਹੀ ਹਾਲਾਂ ਕੋਈ ਬਚਨ ਨਹੀਂ ਕੀਤਾ ਮਹਾਰਾਜ ਨੇ, ਐਸੀ ਇਹਨੂੰ ਠੰਡ ਪਈ, ਸ਼ਾਂਤੀ ਪਈ ਵੀ ਆਨੰਦਿਤ ਹੋ ਗਿਆ ਮੱਖਣ ਛਲ ਬਾਣਾ। ਉਹੀ ਮਰਿਆਦਾ ਹੋਣਾ, ਨਕਲ ਜ਼ਿਆਦੀ ਸੀ, ਅਸਲ ਦੇ ਅੱਗੇ ਵੀ ਪਰਖ ਰੱਖੀ। 5 ਮੋਹਰਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਹੱਥ ਜੋੜ ਕੇ ਖਲੋ ਗਿਆ, ਸੱਚੇ ਪਾਤਸ਼ਾਹ ਜੇ ਤੂੰ ਸੱਚਾ ਗੁਰੂ ਹੈ ਤਾਂ ਹੁਣ ਆਪ ਮੰਗ ਕੇ ਮੋਹਰਾਂ ਲੈ। ਵੇਖੋ ਹੁਣ ਗੁਰੂ ਸਾਹਿਬ ਨੂੰ ਆਪਣਾ ਆਪ ਸਿੱਖ ਦੀ ਸ਼ਰਧਾ ਪੂਰੀ ਕਰਨ ਦੇ ਲਈ ਦੱਸਣਾ ਪਵੇਗਾ ਵੀ ਮੈਂ ਗੁਰੂ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ 5 ਮੋਹਰਾਂ ਰੱਖੀਆਂ ਤੇ ਸਾਹਿਬ ਕਹਿੰਦੇ ਸਿੱਖਾਂ ਨੇੜੇ ਹੋ ਖਾਂ। ਮੱਖਣ ਛਲ ਬਾਣਾ ਨੇੜੇ ਹੋਇਆ, ਕਹਿਣ ਲੱਗੇ ਵੀ ਇਹ ਕਿਧਰ ਦੀ ਮਰਿਆਦਾ ਹੈ? ਕਹਿੰਦਾ ਮਹਾਰਾਜ ਕੀ ਹੋਇਆ? ਸਾਹਿਬ ਕਹਿੰਦੇ ਵੀ ਜਦੋਂ ਤਾਂ ਭੰਵਰ ਦੇ ਵਿੱਚ ਫਸਿਆ ਸਾਂ ਉਦੋਂ ਤਾਂ ਬੇਨਤੀਆਂ ਕਰਦਾ ਸਾਂ ਵੀ ਮਹਾਰਾਜ ਮੇਰਾ ਡੁੱਬਦਾ ਬੇੜਾ ਬੰਨੇ ਲਾ ਦਿਓ, 500 ਮੋਹਰ ਤੁਹਾਡੇ ਦਰ ਤੇ ਆ ਕੇ ਭੇਟ ਕਰਾਂਗਾ। ਕਹਿੰਦੇ 500 ਤੋਂ ਸਿੱਧੀਆਂ 5। ਕਹਿੰਦੇ ਵੀ ਹੁਣ ਬੇਈਮਾਨ ਹੋ ਗਿਆ। ਮਹਾਰਾਜ ਸਾਹਿਬ ਨੇ ਇਹ ਬਚਨ ਕਹਿਣ ਦੀ ਦੇਰ ਸੀ ਵੀ 500 ਮੋਹਰਾਂ ਸੁੱਖ ਕੇ ਹੁਣ 5 ਚੜਾਉਂਦਾ ਏ। ਕਹਿੰਦੇ ਵੀ ਮੱਖਣ ਛਲ ਬਾਣੇ ਦਾ ਰੋਮ ਰੋਮ ਖੜਾ ਹੋ ਗਿਆ, ਗਦ ਗਦ ਹੋ ਗਿਆ। ਜਿਹੜਾ ਕਈ ਦਿਨਾਂ ਦਾ ਦੁੱਖਾਂ ਦੇ ਮਾਰੇ ਨੇ ਰੋਕ ਕੇ ਰੱਖਿਆ ਸੀ, ਹੰਝੂਆਂ ਦਾ ਹੜ ਨੇਤਰਾਂ ਦੇ ਰਾਹੀਂ ਵਹਿ ਤੁਰਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਫੜ ਲਏ
ਤੇ ਇੰਨਾ ਕੁ ਕਹਿੰਦੇ ਵਿਰਾਗ ਵਿੱਚ ਮੱਖਣ ਸ਼ਾਹ ਲਬਾਣਾ ਰੋਇਆ ਵੀ ਰੋ ਰੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਧੋ ਦਿੱਤੇ ਨੇ। ਉਹਦਾ ਕਾਰਨ ਇਹ, ਭਾਵੇਂ ਬਾਈ ਪਹਿਲਾਂ ਵੀ ਮਿਲੇ ਨੇ, ਮਹਾਰਾਜ ਦੀ ਬਾਣੀ ਕਹਿੰਦੀ ਜੇ 100 ਚੰਦਾ ਉਗਵਹਿ ਸੂਰਜ ਚੜੇ ਹਜ਼ਾਰ। ਹਾਲਾਂਕਿ ਇਹ ਪ੍ਰਕਿਰਤੀ ਦਾ ਨਿਯਮ ਨਹੀਂ ਵੀ ਇੱਕ ਬ੍ਰਹਿਮੰਡ ਦੇ ਵਿੱਚ ਇੱਕ ਤੋਂ ਵੱਧ ਸੂਰਜ ਜਾਂ ਚੰਦਰਮਾ ਹੋਵੇ, ਉੱਦਾਂ ਕਰੋੜਾਂ ਹਨ, ਕਿਉਂਕਿ ਕਰੋੜਾਂ ਹੀ ਬ੍ਰਹਿਮੰਡ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਗੁਰਬਾਣੀ 'ਚ ਮਹਾਰਾਜ ਨੇ ਕਿਹਾ। ਜਿੱਥੇ ਆਪਾਂ ਰਹਿੰਦੇ ਹਾਂ ਇੱਕ ਸੂਰਜ ਇੱਕ ਚੰਦਰਮਾ ਸਾਨੂੰ ਦਿਖਦਾ ਹੈ, ਜਿੰਨੀ ਕਿ ਸਾਡੀ ਧਰਤੀ ਇੱਕ ਬ੍ਰਹਿਮੰਡ ਹੈ। ਇੱਦਾਂ ਦੇ ਕਰੋੜਾਂ ਬ੍ਰਹਿਮੰਡ ਨੇ, ਉਸ ਹਿਸਾਬ ਨਾਲ ਤਾਂ ਕਰੋੜਾਂ ਸੂਰਜ ਚੰਦਰਮਾ ਹੈ, ਪਰ ਇੱਕ ਬ੍ਰਹਿਮੰਡ ਦੇ ਵਿੱਚ ਇੱਕ ਤੋਂ ਵੱਧ ਸੂਰਜ ਨਹੀਂ। ਪਰ ਮਹਾਰਾਜ ਕਹਿੰਦੇ ਜੇ ਇਸ ਨਿਯਮ ਤੋਂ ਉਲਟ 100 ਚੰਦਰਮਾ ਰਾਤ ਨੂੰ ਚੜ੍ਹਨ ਲੱਗ ਪੈਣ ਤੇ ਹਜ਼ਾਰਾਂ ਸੂਰਜ ਦਿਨ ਦੇ ਸਮੇਂ ਚੜ੍ਹਨ ਲੱਗ ਪੈਣ। ਜੇ 100 ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦੇ ਆ। ਇੰਨੀ ਰੋਸ਼ਨੀ ਹੋ ਜਾਵੇ, ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਘੁੱਪ ਹਨੇਰਾ ਜੀਵਨ 'ਚ ਬਣਿਆ ਹੀ ਰਹਿੰਦਾ ਹੈ। ਗੁਰੂ ਤੋਂ ਬਗੈਰ ਬੰਦਾ ਠੱਗ ਹੈ, ਗੁਰੂ ਠੱਗ ਨੂੰ ਸੱਜਣ ਸੰਤ ਬਣਾ ਦਿੰਦਾ। ਗੁਰੂ ਤੋਂ ਬਗੈਰ ਕੌਡਾ ਰਾਖਸ਼ ਹੈ, ਮਹਾਰਾਜ ਸਾਹਿਬ ਜੀ ਬ੍ਰਹਮ ਗਿਆਨੀ ਬਣਾ ਦਿੰਦੇ ਨੇ। ਗੁਰੂ ਤੋਂ ਬਗੈਰ ਵਲੀ ਕੰਧਾਰੀ ਵਰਗਾ ਹੰਕਾਰੀ ਹੈ, ਭੂਮੀਆ ਚੋਰ ਹੈ, ਪਰ ਉਹ ਭਾਈ ਭੂਮੀਆ ਗੁਰੂ ਬਣਾ ਦਿੰਦਾ ਹੈ। ਸੋ ਕਹਿਣ ਤੋਂ ਭਾਵ ਕਿ ਗੁਰੂ ਤੋਂ ਬਗੈਰ, ਸਤਿਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਗਿਆਨ ਦੀ ਰੋਸ਼ਨੀ ਤੋਂ ਬਗੈਰ, ਸਾਧ ਸੰਗਤ ਜੀ ਜਿੰਨੇ ਮਰਜ਼ੀ ਸੂਰਜ ਚੜ੍ਹਾਉਣੇ, ਬਾਹਰ ਦੇ ਚਾਨਣ ਅੱਗ ਲਾਉਣ ਲੱਗੇ ਜੇ ਤਾਂ ਬਾਹਰ ਦਾ ਜਿਹੜਾ ਚਾਨਣ ਹੈ, ਇਸ ਚਾਨਣ ਦੇ ਵਿੱਚ ਵੀ ਕਈ ਲੋਕ ਉੱਲੂਆਂ ਵਾਲੇ ਕੰਮ ਕਰਦੇ ਆ, ਬੇਵਕੂਫਾਂ ਵਾਲੇ ਮੂਰਖਤਾਈ ਵਾਲੇ ਕੰਮ ਕਰਦੇ। ਕਦੀ ਬਾਹਰ ਦੇ ਚਾਨਣ ਨਾਲ ਅੰਦਰ ਦੀ ਸੋਝੀ ਨਹੀਂ ਆਉਂਦੀ। ਇੱਕ ਤਾਂ ਹਨੇਰਾ ਏ, ਇਹਦੇ ਵਿੱਚ ਕੀ ਹੁੰਦਾ ਵੀ ਸਾਨੂੰ ਹੋਰ ਕੁਝ ਦਿਖੇ ਨਾ ਦਿਖੇ, ਪਰ ਸਾਨੂੰ ਆਪਣੇ ਸਰੀਰ ਦੇ ਅੰਗ ਪ੍ਰਤੰਗ ਦਿਖਦੇ ਨੇ। ਪਤਾ ਹੁੰਦਾ ਹੈ ਨਾ ਹਨੇਰੇ 'ਚ ਵੀ ਮੇਰਾ ਮੂੰਹ ਇੱਥੇ ਹੈ, ਹੱਥ ਇੱਥੇ ਹੈ, ਪੈਰ ਇੱਥੇ। ਹਨੇਰਾ ਹੋਣ ਨਾਲ ਆਪਣੇ ਅੰਗ ਨਹੀਂ ਭੁੱਲ ਜਾਂਦੇ, ਪਰ ਅਗਿਆਨਤਾ ਦਾ ਹਨੇਰਾ ਇਹੋ ਜਿਹਾ ਹੈ ਨਾ, ਇਹ ਸਾਧ ਸੰਗਤ ਸਾਨੂੰ ਆਪਣੀ ਸੁੱਧ ਬੁੱਧੀ ਭੁਲਾ ਦਿੰਦਾ ਹੈ ਸਾਰੀ। ਤਾਈਓ ਤਾਂ ਮਹਾਰਾਜ ਨੂੰ ਕਹਿਣਾ ਪਿਆ, ਪ੍ਰਾਣੀ ਮਹਾਰਾਜ ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਦਾ ਭਾਵ ਹੈ ਵੀ ਸਾਨੂੰ ਨਹੀਂ ਪਤਾ ਵੀ ਅਸੀਂ ਕੌਣ ਹੈ, ਤੇ ਮਹਾਰਾਜ ਦੱਸ ਰਹੇ ਨੇ, ਚਾਨਣ ਕਰ ਰਹੇ ਨੇ। ਇਹ ਜਦੋਂ ਹੁਣ ਗੁਰੂ ਦਾ ਚਾਨਣ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ, ਮੱਖਣ ਸ਼ਾਹ ਲਬਾਣਾ ਬਹੁਤਾ ਹੀ ਆਨੰਦਿਤ ਹੋਇਆ। ਵਿਰਾਗ ਵਿੱਚ ਨੇਤਰਾਂ 'ਚੋਂ ਪਾਣੀ ਵਾਹੋ ਦਾ ਹੀ ਵਹੀ ਜਾ ਰਿਹਾ ਏ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿੰਦੇ ਦੇ ਸਿਰ ਤੇ ਹੱਥ ਰੱਖਿਆ, ਲੱਕ ਤੇ ਥਾਪੜਾ ਦਿੱਤਾ, ਬਾਹੋਂ ਫੜ ਕੇ ਸਿੱਖ ਨੂੰ ਉਠਾਇਆ ਤੇ ਆਪਣੀ ਛਾਤੀ ਨਾਲ ਲਾ ਲਿਆ। ਬੜਾ ਵਿਰਾਗ ਵਿੱਚ ਆਇਆ, ਦਰਸ਼ਨ ਕਰਦਾ ਰਿਹਾ ਕੁਝ ਘੜੀਆਂ, ਤੇ ਦਰਸ਼ਨ ਕਰਕੇ ਕੁਝ ਨਹੀਂ ਕਿਹਾ, ਉੱਥੋਂ ਚੁੱਪ ਕੀਤਾ, ਵਾਪਸ ਆਪਣੇ ਡੇਰੇ ਤੇ ਆਇਆ। ਛੇਤੀ ਡੇਰੇ ਤੇ ਆ ਕੇ ਦਰਜੀ ਮੰਗਾਇਆ ਤੇ ਚੋਲਾ ਸੀਤਾ ਸਤਿਗੁਰਾਂ ਦੇ ਵਾਸਤੇ। ਮਹਾਰਾਜ ਲਈ ਚੋਲਾ ਸਵਾਇਆ, ਸਾਰੀ ਰਾਤ ਸੇਵਾ ਦੀ ਤਿਆਰੀ, ਅੰਮ੍ਰਿਤ ਵੇਲੇ ਖੁੱਲੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਨਾਲ ਸਾਰੇ ਪਰਿਵਾਰ ਨੂੰ ਜਿੰਨੇ ਵੀ ਸੰਗੀ ਸਾਥੀ ਆਏ ਉਹਨਾਂ ਨੂੰ ਤਿਆਰ ਕੀਤਾ। ਤਿਆਰ ਕਰਕੇ ਭਾਈ ਮੱਖਣ ਸ਼ਾਹ ਲਬਾਣਾ ਇਸ ਭਾਵਨਾ ਨਾਲ ਤੁਰਿਆ ਵੀ ਅੱਜ ਮੈਂ ਗੁਰੂ ਨੂੰ ਪ੍ਰਗਟ ਕਰਨਾ ਹੈ। ਜਿਹੜੇ ਲੋਕ ਧੱਕੇ ਖਾ ਰਹੇ ਨੇ, ਭਟਕ ਰਹੇ ਨੇ, ਉਹਨਾਂ ਸਾਰਿਆਂ ਨੂੰ ਸੁੱਖ ਦੇਣਾ ਹੈ। ਜਦੋਂ ਆ ਰਹੇ ਸਨ ਤੇ ਕਹਿੰਦੇ ਵੀ ਮਾਤਾ ਨਾਨਕੀ ਜੀ ਦੇ ਕੋਲ ਭਾਈ ਮਿਹਰੇ ਨੇ ਬੇਨਤੀ ਕੀਤੀ, ਮਾਤਾ ਜੀ ਜਿਹੜਾ ਸਿੱਖ ਆਇਆ ਹੈ ਨਾ, ਕੱਲ੍ਹ ਦਾ ਸੁਦਾਗਰ ਇੱਥੇ ਮਿਲ ਕੇ ਗਿਆ ਗੁਰਾਂ ਨੂੰ, ਤੇ ਅੱਜ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰਨਾ ਚਾਹੁੰਦਾ। ਤੇ ਮਾਤਾ ਨਾਨਕੀ ਜੀ ਕਹਿੰਦੇ ਚੰਗੀ ਗੱਲ ਹੈ, ਤੇ ਪਰ ਮਹਿਰਾ ਜੀ ਕਹਿਣ ਲੱਗੇ ਮਾਤਾ ਜੀ ਗੱਲ ਤਾਂ ਚੰਗੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੋਇਆ ਵੀ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹੇ ਮੂੰਹ ਕਾਲਾ ਕਰਾਂਗੇ, ਤੇ ਸਿੱਖ ਨੂੰ ਪਤਾ ਨਹੀਂ ਹੈ ਤੇ ਮੈਨੂੰ ਦੱਸ ਦੇਣਾ ਚਾਹੀਦਾ ਹੈ। ਅਣਜਾਣੇ ਵਿੱਚ ਚੰਗਾ ਕੰਮ ਕਰਦੇ ਆ, ਕਿਤੇ ਉਹ ਆਪਣਾ ਨੁਕਸਾਨ ਨਾ ਕਰਾਵੇ, ਦੱਸਣ ਤੋਂ ਬਾਅਦ ਉਹਦੀ ਜੋ ਮਰਜ਼ੀ ਹੋਏਗੀ ਉਹ ਕਰੇ। ਭਾਈ ਮੱਖਣ ਸ਼ਾਹ ਨੂੰ ਜਾ ਕੇ ਕਹਿਣ ਲੱਗਾ, ਭਾਈ ਮਿਹਰਾ ਕਹਿੰਦਾ ਵੀ ਗੁਰਸਿੱਖਾ ਕੀ ਕਰਨਾ? ਕਹਿੰਦਾ ਮੈਂ ਗੁਰੂ ਨੂੰ ਪ੍ਰਗਟ ਕਰਨਾ। ਕਹਿੰਦੇ ਵੀ ਇੱਕ ਗੁਰੂ ਦਾ ਬਚਨ ਤੈਨੂੰ ਪਤਾ ਹੈ? ਕਹਿੰਦੇ ਕੀ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹੇ ਮੂੰਹ ਕਾਲਾ ਹੋਵੇਗਾ। ਇਹ ਸੁਣ ਕੇ ਭਾਈ ਮੱਖਣ ਸ਼ਾਹ ਜੀ ਵਿਚਾਰਨ ਲੱਗ ਪਏ, ਫਿਰ ਇਤਿਹਾਸ ਕਦੋਂ ਕੰਮ ਆਉਂਦਾ ਹੈ ਸਾਡੇ? ਕਈ ਲੋਕ ਕਹਿੰਦੇ ਵੀ ਇਤਿਹਾਸ ਦਾ ਫਾਇਦਾ ਨਹੀਂ, ਇਤਿਹਾਸ ਕਰਕੇ ਹੀ ਸਾਨੂੰ ਹੌਸਲਾ ਮਿਲਦਾ। ਇਤਿਹਾਸ ਚੇਤੇ ਆਇਆ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਦਾ। ਕਹਿਣ ਲੱਗੇ ਵੀ ਉਦੋਂ ਵੀ ਮਹਾਰਾਜ ਨੇ ਕਿਹਾ ਸੀ ਜਿਹੜਾ ਸੱਤੇ ਬਲਵੰਡੇ ਨੂੰ ਲਿਆਊਗਾ ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਚੜਾਵਾਂਗੇ।
ਪਰ ਭਾਈ ਲੱਧਾ ਪਰਉਪਕਾਰੀ ਕਹਿੰਦੇ ਉਹਨੇ ਆਪ ਆਪਣਾ ਮੂੰਹ ਕਾਲਾ ਕੀਤਾ, ਗਧੇ ਦੇ ਚੜ੍ਹ ਕੇ ਲਾਹੌਰੋਂ ਅੰਮ੍ਰਿਤਸਰ ਸਾਹਿਬ ਆਇਆ, ਗਲੀ ਗਲੀ ਫੇਰਿਆ। ਤੇ ਭਾਈ ਮੱਖਣ ਸ਼ਾਹ ਸੋਚਦਾ ਉਦੋਂ ਤੇ ਦੋ ਸੀ ਕੇਵਲ, ਦੋਵਾਂ ਨੂੰ ਬਖਸ਼ਾਉਣ ਵਾਸਤੇ ਸਿੱਖ ਨੇ ਮੂੰਹ ਕਾਲਾ ਕਰਾ ਲਿਆ। ਇੱਧਰ ਤਾਂ ਕਹਿੰਦੇ ਵੀ ਕਿੰਨੀ ਸੰਗਤ ਭੜਕ ਰਹੀ ਹੈ, ਜੇ ਸੰਗਤ ਦਾ ਭਲਾ ਹੋ ਜੂ ਤੇ ਮੇਰੇ ਮੂੰਹ ਕਾਲਾ ਕਰਨ ਨਾਲ ਕੀ ਹੈ। ਫਿਰ ਸੋਚਿਆ ਵੀ ਮੂੰਹ ਕਾਲਾ ਭਾਈ ਲੱਧੇ ਨੇ ਤੇ ਇੱਥੇ ਕੀਤਾ ਸੀ, ਉਹ ਤੇ ਦਰਗਾਹੇ ਮਹਾਰਾਜ ਕਹਿੰਦੇ ਮੂੰਹ ਕਾਲਾ ਹੋਊਗਾ। ਫਿਰ ਮਨ ਵਿੱਚ ਆਇਆ ਵੀ ਦਰਗਾਹ ਵੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਨਾ, ਤੇ ਮੈਂ ਗੁਰੂ ਦਾ ਬਚਨ ਵੀ ਝੂਠਾ ਨਹੀਂ ਪੈਣ ਦੇਣਾ ਤੇ ਗੁਰੂ ਨੂੰ ਪ੍ਰਗਟ ਵੀ ਕਰਨਾ। ਕਹਿੰਦੇ ਜਿੱਥੇ ਲੰਗਰ ਬਣਦਾ ਸੀ ਮਹਾਰਾਜ ਦੇ ਘਰ 'ਚ, ਉੱਥੇ ਲੋਹ ਦੀ ਕਾਲਖ ਲੈ ਕੇ ਹੱਥਾਂ ਦੇ ਨਾਲ ਭਾਈ ਮੱਖਣ ਸ਼ਾਹ ਲਬਾਣੇ ਨੇ ਆਪਣੇ ਮੂੰਹ ਤੇ ਮਲ ਲਈ। ਮੂੰਹ ਤੇ ਕਾਲਖ ਮਲ ਕੇ ਭੋਰੇ ਦੇ ਅੰਦਰ ਆਇਆ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਹੈ ਗੁਰੂ ਗਰੀਬ ਨਵਾਜ, ਤੁਹਾਡੇ ਤੋਂ ਬਗੈਰ ਸਿੱਖ ਠੋਕਰਾਂ ਖਾ ਰਹੇ ਨੇ, ਦੁਖੀ ਹੋ ਰਹੇ ਨੇ, ਨਕਲੀ ਗੁਰੂ ਬਣ ਕੇ ਉਹਨਾਂ ਨੂੰ ਲੁੱਟ ਰਹੇ ਨੇ। ਮਹਾਰਾਜ ਉਹਨਾਂ ਦਾ ਮਾਸ ਨੋਚ ਕੇ ਖਾਣ ਦੇ ਵਾਂਗ ਸਿੱਖਾਂ ਨੂੰ ਆਪਣੇ ਡੇਰਿਆਂ ਨੂੰ ਬਾਹੋਂ ਫੜ ਕੇ ਖਿੱਚ ਕੇ ਖੜਦੇ ਨੇ, ਉਹਨਾਂ ਦੇ ਕੱਪੜੇ ਲਹਾਉਣ ਤਿੱਕਰ ਜਾਂਦੇ ਨੇ ਵੀ ਸੱਚਾ ਗੁਰੂ ਸਾਡਾ ਹੈ, ਤੂੰ ਕਿੱਧਰ ਭੜਕਦਾ ਫਿਰਦਾ ਹੈ। ਤੇ ਪਾਤਸ਼ਾਹ ਜੀ ਉਹ ਆਪ ਕਿਰਪਾ ਕਰਕੇ ਪ੍ਰਗਟ ਹੋਵੋ ਤੇ ਸਾਰਿਆਂ ਨੂੰ ਦਰਸ਼ਨ ਦੇਵੋ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਸਿੱਖਾ ਤੈਨੂੰ ਦਰਸ਼ਨ ਹੋ ਗਏ ਨਾ, ਕਹਿੰਦੇ ਤੂੰ ਕੀ ਲੈਣਾ ਹੈ ਕਿਸੇ ਨੂੰ ਦਰਸ਼ਨ ਕਰਾ ਕੇ, ਤੇਰੀ ਭਾਵਨਾ ਪੂਰੀ ਹੋਈ, ਤੂੰ ਵਾਪਸ ਆਪਣੇ ਘਰ ਨੂੰ ਚਲਾ ਜਾ। ਪਰ ਭਾਈ ਮੱਖਣ ਸ਼ਾਹ ਲਬਾਣਾ ਬੇਨਤੀਆਂ ਕਰਦਾ ਗਿਆ ਤੇ ਫਿਰ ਇਹਦੇ ਚਿਹਰੇ ਵੱਲ ਮਹਾਰਾਜ ਨੇ ਵੇਖ ਕੇ ਕਹਿਣ ਲੱਗੇ, ਉਹ ਸਿੱਖਾ ਅਸੀਂ ਤਾਂ ਸੁਭਾਵਕ ਬਚਨ ਕਿਹਾ ਸੀ, ਤੂੰ ਸੱਚੀ ਮੂੰਹ ਕਾਲਾ ਕਰਕੇ ਆ ਗਿਆ। ਕਹਿੰਦੇ ਜਾ, ਤੇਰਾ ਜਿਹੜਾ ਉਹ ਗੁਰੂ ਦੇ ਬਚਨ ਦਾ ਭਾਰ ਸੀ ਨਾ, ਦਰਗਾਹੇ ਮੂੰਹ ਕਾਲਾ ਹੋਵੇਗਾ, ਕਹਿੰਦੇ ਇੱਥੇ ਕਾਲਾ ਕਰਕੇ ਉਹ ਗੁਰੂ ਦੇ ਬਚਨ ਦਾ ਭਾਰ ਤੂੰ ਮੁਕਾ ਦਿੱਤਾ ਏ। ਫਿਰ ਕਹਿੰਦਾ ਮਹਾਰਾਜ ਹੁਣ ਦੇਰ ਕਿਸੇ ਗੱਲ ਦੀ ਹੈ, ਕਿਰਪਾ ਕਰੋ ਆਪਣੇ ਹੱਥੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚੋਲਾ ਪਵਾਇਆ ਇਹਨੇ ਜੋ ਸਿਵਾ ਕੇ ਲਿਆਇਆ ਏ, ਕਮਰ ਕੱਸਾ ਕੀਤਾ। ਸਤਿਗੁਰੂ ਸਾਹਿਬ ਤਿਆਰ ਹੋਏ, ਭੋਰੇ ਤੋਂ ਬਾਹਰ ਮੰਜੀ ਸਾਹਿਬ ਬਣਿਆ ਜਦੋਂ ਜਾਓ ਬਾਬੇ ਬਕਾਲੇ ਸਾਹਿਬ, ਉਸ ਅਸਥਾਨ ਦੇ ਉੱਤੇ ਮਹਾਰਾਜ ਸਾਹਿਬ ਦੀ ਗੁਰਗੱਦੀ ਦੀ ਮਰਿਆਦਾ ਕਰਨ ਦੀ ਤਿਆਰੀ ਕੀਤੀ ਹੈ। ਚੰਦੋਆ ਸਾਹਿਬ ਲਾ ਕੇ ਚੌਰ ਸਾਹਿਬ ਲਿਆਏ। ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦੇ ਵਿੱਚੋਂ ਭਾਈ ਗੁਰਦਿੱਤਾ ਹਾਜ਼ਰ ਨੇ, ਦਰਗਾਹ ਮੱਲ ਭਾਈ ਗੜੀਆ ਜੀ ਗੁਰਸਿੱਖ ਪੰਜਵੇਂ ਪਾਤਸ਼ਾਹ ਦੇ ਭੱਲਿਆਂ ਦੀ ਕੁਲ ਦੇ ਵਿੱਚੋਂ ਬਾਬਾ ਦਵਾਰਕਾ ਦਾਸ ਜੀ ਆਏ ਹੋਏ ਨੇ, ਹੋਰ ਵੀ ਸਿੱਖ ਸੰਗਤ ਉੱਥੇ ਚਾਰ ਸ਼ਫੇਰੇ ਆਈ ਹੈ। ਤੇ ਮੱਖਣ ਸ਼ਾਹ ਲਬਾਣਾ ਕਹਿ ਕੇ ਵੀ ਮਹਾਰਾਜ ਆਪ ਕਿਰਪਾ ਕਰੋ, ਤੇ ਆਪ ਕਹਿੰਦੇ ਵੀ ਕਮਰੇ ਵਿੱਚੋਂ ਨਿਕਲਿਆ, ਉਸੇ ਕੋਠੇ ਤੇ ਚੜ ਗਿਆ, ਪੱਲੂ ਫੇਰਿਆ, ਲਬਾਣਵੀਂ ਬੋਲੀ ਵਿੱਚ ਕਹਿਣ ਲੱਗਾ, ਗੁਰ ਲਾਧੋ ਰੇ ਭੁੱਲੀਏ ਸੰਗਤੇ ਸਾਚਾ ਗੁਰ ਲਾਧੋ ਰੇ। ਚਾਰ ਸ਼ਫੇਰੇ ਮੁੱਖ ਕਰਕੇ ਬਾਬੇ ਬਕਾਲੇ ਨੂੰ ਚੌਵੇਂ ਪਾਸੇ ਜੋ ਸੰਗਤਾਂ ਆ ਕੇ ਦੂਰ ਡੇਰਿਆਂ ਤੇ ਬੈਠੀਆਂ ਸਨ, ਉੱਥੋਂ ਤੀਕਰ ਉੱਚੀ ਲੈ ਦੇ ਨਾਲ ਸੁਰ ਨਾਲ ਮੱਖਣ ਸ਼ਾਹ ਲਬਾਣਾ ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ ਦਾ ਹੋਕਾ ਦਿੱਤਾ। ਫੇਰ ਕੀ ਸੀ, ਆਵਾਜ਼ ਸੁਣਦੀ ਦੇਰ, ਜਿਹੜੇ ਕਈ ਮਹੀਨਿਆਂ ਦੇ ਉੱਥੇ ਬੈਠੇ ਸਨ ਸੱਚੇ ਗੁਰੂ ਦੇ ਦਰਸ਼ਨ ਕਰਨ ਦੀ ਚਾਹਨਾ ਦੇ ਨਾਲ, ਆਵਾਜ਼ ਸੁਣ ਕੇ ਦੌੜੇ ਆਏ। ਮੱਖਣ ਸ਼ਾਹ ਲਬਾਣਾ ਹੇਠਾਂ ਆਇਆ, ਗੁਰਾਂ ਨੂੰ ਲਿਆਂਦਾ, ਤਖਤ ਤੇ ਸਜਾਇਆ ਤੇ ਗੁਰੂ ਗਰੀਬ ਨਵਾਜ ਸਾਹਿਬ ਦੇ ਚਾਰ ਸ਼ਫੇਰੇ ਸੰਗਤਾਂ ਦਾ ਭਾਰੀ ਇਕੱਠ ਹੋ ਗਿਆ। ਬਾਬਾ ਗੁਰਦਿੱਤਾ ਜੀ ਜੋ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਹਨ, ਉਹਨਾਂ ਨੇ ਅੱਗੇ ਹੋ ਕੇ ਜੋ ਦਿੱਲੀ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ 5 ਪੈਸੇ ਸ਼ਰੀਫਲ ਜੋ ਨਿਸ਼ਾਨੀ ਭੇਜੀ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾ ਕੀਤਾ। ਤੇ ਉਸ ਵੇਲੇ ਮਾਤਾ ਨਾਨਕੀ ਜੀ ਵੀ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਨਿਸ਼ਾਨੀਆਂ ਦਿੱਤੀਆਂ ਸਨ, ਇੱਕ ਕਟਾਰ, ਇੱਕ ਸੁੱਚੇ ਮੋਤੀਆਂ ਦੀ ਮਾਲਾ, ਇੱਕ ਪੋਥੀ ਸਾਹਿਬ, ਇਹ ਮਹਾਰਾਜ ਸਾਹਿਬ ਨੂੰ ਇੱਕ ਰੁਮਾਲ ਜੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਸਾਫ਼ ਕਰਨ ਵਾਲਾ ਦਿੱਤਾ, ਇਹ ਵੀ ਲਿਆ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਰੱਖੀਆਂ। ਸਤਿਗੁਰਾਂ ਦੇ ਮਸਤਕ ਦੇ ਉੱਤੇ ਬਾਬੇ ਗੁਰਦਿੱਤੇ ਨੇ ਤਿਲਕ ਲਾਇਆ, 4 ਪਰਕੰਮਿਆਂ ਕੀਤੀ ਤਾਂ ਭਾਈ ਮੱਖਣ ਸ਼ਾਹ ਲਬਾਣੇ ਨੇ ਸਾਰੀ ਸੰਗਤ ਨੂੰ ਆਪਣਾ ਬੇੜਾ ਬੰਨੇ ਲਾਉਣ ਵਾਲਾ ਹਾਲ ਦੱਸਿਆ ਵੀ ਇਹ ਸੱਚਾ ਗੁਰੂ ਕਿਵੇਂ ਹੈ। ਮੇਰਾ ਕਹਿੰਦਾ ਬੇੜਾ ਡੁੱਬਦਾ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਬੰਨੇ ਲਾਇਆ ਤੇ ਮੈਂ ਸੰਕਲਪ ਕੀਤਾ ਵੀ ਜਿਹੜਾ ਬੋਲ ਕੇ ਦੱਸੇ ਵੀ ਤੇਰਾ ਬੇੜਾ ਸਿੱਖਾ ਸੀ ਬੰਨੇ ਲਾਇਆ,
ਉਹਨੂੰ ਮੈਂ 500 ਮੋਹਰਾਂ ਭੇਟ ਕਰਾਂਗਾ, ਉਹੀ ਸੱਚਾ ਗੁਰੂ ਹੈ। ਤੇ ਸੰਗਤੋ ਬਾਕੀ 22 ਪਖੰਡੀ ਬੈਠੇ ਜੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਬੋਲ ਕੇ ਦੱਸਿਆ ਏ ਵੀ ਅਸੀਂ ਤੇਰਾ ਬੇੜਾ ਬੰਨੇ ਲਾਇਆ ਹੈ। ਬਾਬੇ ਗੁਰਦਿੱਤੇ ਨੇ ਵੀ ਦੱਸਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਸੀ ਬਾਬਾ ਬਕਾਲੇ ਹੈ, ਤੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਹੀ ਲੱਗਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਤੇ। ਫੇਰ ਕੀ ਵੀ ਪਹਿਲਾਂ ਸਭ ਤੋਂ ਮੱਖਣ ਸ਼ਾਹ ਲਬਾਣੇ ਨੇ ਭੇਟਾ ਰੱਖੀਆਂ 500 ਮੋਹਰਾਂ, 5 ਮੋਹਰਾਂ ਜੋੜ ਕੇ ਉਹਨੇ ਮਹਾਰਾਜ ਨੂੰ ਹੋਰ ਨਮਸਕਾਰ ਕੀਤੀ। ਤੇ ਇੱਕ ਇਤਿਹਾਸਕਾਰ ਨੇ ਲਿਖਿਆ ਗੁਰਮੁਖਾਂ ਨੇ ਵੀ 5 ਘੋੜੇ ਸੋਨੇ ਦੀਆਂ ਕਾਠੀਆਂ ਵਾਲੇ ਤੇ ਇੱਕ ਹਾਥੀ ਸੋਨੇ ਦੇ ਹੁੱਦੇ ਵਾਲਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹਨੇ ਭੇਟ ਕੀਤਾ। ਫਿਰ ਸੰਗਤਾਂ ਨੇ ਮਾਇਆ ਭੇਟ ਕੀਤੀ। ਪਹਿਲੇ ਦਿਨ ਢੇਰ ਲੱਗ ਗਿਆ ਮਾਇਆ ਦਾ, ਇਹ ਮਾਇਆ ਦਾ ਢੇਰ ਹੀ ਲੱਗਾ ਸੀ ਵੀ ਜਦੋਂ ਖਬਰ ਗਈ ਹੈ ਨਾ ਉੱਥੇ ਧੀਰਮਲ ਦੇ ਕੋਲ, ਉਹ ਸੜ ਬਲ ਗਿਆ। ਇਹ ਖਬਰ ਪਹੁੰਚੀ ਵੀ ਧੀਰਮਲ ਜੀ ਸਾਰੇ ਸਾਲ ਵਿੱਚ ਆਪਾਂ ਨੂੰ ਬਾਬੇ ਬਕਾਲੇ ਆ ਕੇ ਜਿੰਨੇ ਪੈਸੇ ਨਹੀਂ ਮਿਲੇ, ਇੱਕੇ ਦਿਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਨਾ ਚੜਾਵਾ ਚੜ ਗਿਆ। ਉਹ ਤੇ ਸੜੀ ਬਲੀ ਜਾਵੇ, ਉਹਦੇ ਕੋਲ ਚੈਨ ਨਹੀਂ, ਬੈਠਾ ਨਹੀਂ ਜਾਂਦਾ, ਕਦੀ ਸੱਜੇ ਜਾਂਦਾ ਹੈ ਕਦੀ ਖੱਬੇ ਜਾਂਦਾ ਹੈ। ਤੇ ਸੀਆਂ ਮਸੰਦ ਕਹਿਣ ਲੱਗਾ ਮੈਂ ਸਲਾਹ ਦਿਆਂ? ਕਹਿੰਦਾ ਹਾਂਜੀ। ਕਹਿੰਦਾ ਮੈਂ ਤੁਹਾਡਾ ਖੈਰ ਖਾ ਹਾਂ, ਤੁਹਾਡਾ ਭਲਾ ਲੋਚਦਾ ਹੈ ਧੀਰਮਲ ਜੀ, ਹਜੇ ਕੁਝ ਨਹੀਂ ਜੇ ਵਿਗੜਿਆ। ਆ ਕੁਝ ਕੁ ਲੋਕਾਂ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਕਹਿੰਦੇ ਪਹਿਲਾਂ ਹੀ ਮੌਕਾ ਸਾਂਭ ਲਈਏ, ਕਹਿੰਦਾ ਇਹਨਾਂ ਨੂੰ ਮਾਰ ਦਈਏ। ਮੱਖਣ ਸ਼ਾਹ ਲਬਾਣਾ ਸਿੱਖ ਜਿਹੜਾ ਹੈ ਉਹ ਜਦੋਂ ਆਪਣੇ ਡੇਰੇ ਚਲਿਆ ਜਾਏਗਾ ਮੱਥਾ ਟੇਕ ਕੇ, ਸੰਗਤ ਦੁਪਹਿਰ ਦੇ ਵੇਲੇ ਆਪੋ ਆਪਣੇ ਅਸਥਾਨਾਂ ਤੇ ਚਲੇ ਜਾਊਗੀ, ਗੁਰੂ ਕੱਲਾ ਹੋਵੇਗਾ। ਕਹਿੰਦੇ ਮੌਕਾ ਵੇਖ ਕੇ ਨਾਲੇ ਸਾਰਾ ਲੁੱਟ ਆਈਏ ਤੇ ਨਾਲੇ ਮਾਰ ਆਈਏ। ਮਾਰਨ ਦੀ ਗੱਲ ਤੇ ਪਹਿਲਾਂ ਕਹਿੰਦੇ ਵੀ ਧੀਰਮਲ ਸਹਿਮਤ ਨਹੀਂ ਹੋਇਆ, ਪਰ ਲਾਲਚ ਦੇ ਵਸ ਕਹਿੰਦਾ ਜਿਵੇਂ ਤੈਨੂੰ ਸੀਏ ਮਸੰਦ ਠੀਕ ਲੱਗਦਾ। 50 ਕਹਿੰਦੇ ਵੀ ਇਹਨੇ ਉਸ ਵੇਲੇ ਆਪਣੇ ਬੰਦੂਕ ਚੀਏ ਤਿਆਰ ਕੀਤੇ, ਇੱਕ ਸੂਈਆ ਛੱਡ ਦਿੱਤਾ। ਵੇਖਦੇ ਰਹੇ ਵੀ ਮੱਖਣ ਸ਼ਾਹ ਹੁਣ ਦੁਪਹਿਰਾਂ ਦੀਆਂ ਹੋ ਗਈਆਂ ਨੇ, ਕਿਉਂਕਿ ਦਿਨ ਦੇ ਪਹਿਲੇ ਪਹਿਰ ਮਹਾਰਾਜ ਨੂੰ ਪ੍ਰਗਟ ਕਰਤਾ ਸੀ। ਦੁਪਹਿਰਾਂ ਹੋਈਆਂ ਨੇ, ਗੁਰੂ ਤੇਗ ਬਹਾਦਰ ਸਾਹਿਬ ਲਾਗੇ ਕੋਈ ਸਿੱਖ ਨਹੀਂ ਹਨ। ਪਰ ਫੇਰ ਕੀ ਵੇਖਿਆ ਵੀ ਮਹਾਰਾਜ ਘੋੜੀ ਤੇ ਸਵਾਰ ਹੋ ਕੇ ਤੇ ਨਗਰ ਤੋਂ ਬਾਹਰ ਚਲੇ ਗਏ ਨੇ। ਨਿਤ ਦੀ ਮਰਿਆਦਾ ਸੀ, ਮਹਾਰਾਜ ਗੁਰੂ ਕੇ ਬਾਗ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਦੁਪਹਿਰੇ ਕੁਝ ਸਮਾਂ ਵਿਸ਼ਰਾਮ ਕਰਦੇ ਸਨ। ਉਦਣ ਵੀ ਮਹਾਰਾਜ ਚਲੇ ਗਏ। ਤੇ ਧੀਰਮਲ ਨੂੰ ਸੀਆਂ ਕਹਿਣ ਲੱਗਾ ਵੀ ਇਉਂ ਕਰਦੇ ਆ ਵੀ ਘਰੇ ਜਾਣ ਦੀ ਆਪਾਂ ਉਡੀਕ ਕਾਤੋਂ ਕਰਨੀ ਹੈ, ਲੰਘਣਾ ਤਾਂ ਆਪਣੇ ਡੇਰੇ ਥਾਣੀ ਹੈ, ਆਉਂਦਿਆਂ ਨੂੰ ਕਹਿੰਦੇ ਇੱਥੇ ਗੋਲੀਆਂ ਨਾਲ ਮਾਰ ਦਿੰਨੇ ਆ। ਕੀਤਾ ਵੀ ਐਵੇਂ ਹੈ। ਇਹ ਤਿਆਰ ਸਨ। ਜਦੋਂ ਵੇਖਿਆ ਦੂਰੋਂ ਆਉਂਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਘੋੜੀ ਤੇ ਚੜੇ ਆ ਰਹੇ ਨੇ, ਤੇ ਸਤਿਗੁਰਾਂ ਨੂੰ ਵੇਖ ਕੇ ਸੀਏ ਮਸੰਦ ਤੇ ਦੇ ਨਾਲ ਦੇ ਸਾਥੀਆਂ ਨੇ ਇੱਕਦਮ ਮਹਾਰਾਜ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਪਰ ਘੋੜੀ ਜਿਹੜੀ ਸੀ ਖੜਕੇ ਨਾਲ ਪਹਿਲਾਂ ਹੀ ਜਿਹੜੀ ਤਰਵਕ ਗਈ ਤੇ ਤਰਵਕ ਕੇ ਤੇਜ਼ ਹੋ ਗਈ, ਜਿਸ ਕਰਕੇ ਨਿਸ਼ਾਨਾ ਮਹਾਰਾਜ ਤੇ ਲੱਗ ਨਾ ਸਕਿਆ। ਤੇ ਉਹ ਬੰਦੂਕਾਂ ਇੱਕੇ ਵਾਰੀ ਭਰੀਆਂ ਜਾਂਦੀਆਂ ਸਨ। ਦੂਜੀ ਵਾਰ ਜਦੋਂ ਉਹਨੂੰ ਭਰੀ ਦੀ ਸੀ ਬੰਦਾ ਕਿਤੇ ਦਾ ਕਿਤੇ, ਕਿਉਂਕਿ ਤੋੜੇਦਾਰ ਬੰਦੂਕਾਂ ਸਨ, ਉਹਦੇ ਵਿੱਚ ਮਸਾਲਾ ਠੋਕ ਠੋਕ ਕੇ ਭਰਦੇ, ਫਿਰ ਫੀਤੇ ਨੂੰ ਅੱਗ ਲਾਉਂਦੇ, ਫਿਰ ਗੋਲੀ ਚੱਲਦੀ ਸੀ। ਇੱਕ ਵਾਰਾਂ ਦੇ ਵਾਰ ਖਾਲੀ ਗਏ, ਦੂਜੀ ਵਾਰ ਨੂੰ ਭਰਦੇ ਮਹਾਰਾਜ ਤੇ ਨਿਸ਼ਾਨਾ ਕਰਦੇ ਤੋਂ ਪਹਿਲਾਂ ਘੋੜੀ ਡਰ ਕੇ ਮਹਾਰਾਜ ਸਾਹਿਬ ਦੀ ਤੇਜ਼ ਚਲੇ ਗਈ। ਪਾਤਸ਼ਾਹ ਨੇ ਵੇਖਿਆ, ਪਰ ਵੇਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੈਸੀ ਮਹਾਨ ਸ਼ਖਸੀਅਤ ਨੇ। ਗੋਲੀ ਚਲਾਈ ਆ ਤਾਂ ਮਹਾਰਾਜ ਕਹਿੰਦੇ ਭਲੋ ਧੀਰਮਲ ਭਲੋ ਜੀ, ਭਲੋ ਧੀਰਮਲ ਧੀਰ, ਵੀ ਧੀਰਮਲ ਜੀ ਬਹੁਤਾ ਹੀ ਭਲਾ ਕੀਤਾ ਤੁਸੀਂ, ਬਹੁਤਾ ਹੀ ਭਲਾ ਕੀਤਾ ਤੁਸੀਂ, ਬਹੁਤਾ ਹੀ ਭਲਾ ਕੀਤਾ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਵਾਰ-ਵਾਰ ਗੁਰੂ ਤੇਗ ਬਹਾਦਰ ਸਾਹਿਬ ਇਹੀ ਬਚਨ ਕਹਿੰਦੇ ਰਹੇ, ਧੀਰਮਲ ਜੀ ਬਹੁਤਾ ਹੀ ਭਲਾ, ਬਹੁਤਾ ਹੀ ਭਲਾ। ਮਹਾਰਾਜ ਸਾਹਿਬ ਜੀ ਘਰੇ ਚਲੇ ਗਏ ਤੇ ਉੱਥੇ ਜਾ ਕੇ ਕਿਸੇ ਨੂੰ ਦੱਸਿਆ ਨਹੀਂ ਵੀ ਸਾਡੇ ਤੇ ਹਮਲਾ ਹੋਇਆ ਹੈ। ਗੁਰੂ ਸਾਹਿਬ ਜੀ ਘਰੇ ਬੈਠ ਕੇ ਮੰਜੀ ਸਾਹਿਬ ਵਾਲੇ ਅਸਥਾਨ ਤੇ ਚੌਂਕੜਾ ਮਾਰ ਕੇ ਪਿਛਲਾ ਜਿਹਾ ਪੈਰ ਹੋਇਆ ਤਾਂ ਫਿਰ ਇਹਨਾਂ ਸੂਈਆਂ ਨੇ ਖਬਰ ਦਿੱਤੀ ਵੀ 2-4 ਸਿੱਖ ਬੈਠੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਬੈਠੇ ਨੇ, ਧਨ ਵੀ ਕਹਿੰਦੇ ਸਾਰਾ ਉੱਥੇ ਹੀ ਪਿਆ, ਇਹ ਨਾ ਹੋਵੇ ਵੀ ਮੁੜ ਕੇ ਚੁੱਕ ਕੇ ਸਾਂਭ ਲੈਣ, ਹੁਣ ਮੌਕਾ ਹੈ। ਇਹਨਾਂ 50 ਬੰਦਿਆਂ ਨੇ ਸੀਏ ਮਸੰਦ ਦੀ ਅਗਵਾਈ ਵਿੱਚ ਫੇਰ ਹਮਲਾ ਕੀਤਾ। ਜਾਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ। ਸਤਿਗੁਰੂ ਚੌਂਕੜਾ ਮਾਰ ਕੇ ਨੇਤਰ ਬੰਦ ਸਨ, ਭਗਤੀ ਚ ਲੀਨ ਬੈਠੇ ਤੇ ਸਾਹਿਬਾਂ ਦੇ ਮੱਥੇ ਦੇ ਨਾਲ ਛੂਹ ਕੇ ਗੋਲੀ ਸਾਧ ਸੰਗਤ ਅੱਗੇ ਕੰਧ ਵਿੱਚ ਜਾ ਵੱਜੀ। ਤੇ ਜਦੋਂ ਮੱਥੇ ਨੂੰ ਛੂਹ ਕੇ ਗਈ ਹੈ ਤੇ ਕੁਝ ਮਹਾਰਾਜ ਸਾਹਿਬ ਜੀ ਦੇ ਮੱਥੇ ਤੋਂ ਲਹੂ ਦੀਆਂ ਬੂੰਦਾਂ ਸਮੀਆਂ ਨੇ।
ਕਈ ਵਿਦਵਾਨਾਂ ਨੇ ਲਿਖਿਆ, ਕਹਿੰਦੇ ਮਾਨੋ ਵੀ ਉਹ ਲਹੂ ਦੀਆਂ ਬੂੰਦਾਂ ਨਹੀਂ ਸਿਮੀਆਂ, ਇਹ ਗੁਰਤਾ ਗੱਦੀ ਦਾ ਪਰਮੇਸ਼ਰ ਨੇ ਆਪ ਤਿਲਕ ਲਾਇਆ ਹੋਵੇ। ਮਹਾਰਾਜ ਸਾਹਿਬ ਦੇ ਗੋਲੀ ਅੱਗੇ ਲਾਂਘੀ, ਮੱਥੇ ਨੂੰ ਖਹਿ ਕੇ ਪਰਮੇਸ਼ਰ ਦੇ ਸ਼ੁਕਰਾਨੇ 'ਚ ਮਹਾਰਾਜ ਨੇ ਤਾਂ ਸਿਰ ਝੁਕਾ ਲਿਆ। ਇਹਨਾਂ ਸਮਝ ਲਿਆ ਵੀ ਚੜ੍ਹਾਈ ਕਰ ਗਏ ਨੇ। ਮੌਕਾ ਵੇਖ ਕੇ ਡੇਰਾ ਲੁੱਟਿਆ। ਜਿੰਨੀ ਮਾਇਆ ਚੜਾਵੇ ਦੀ ਸੀ ਪਹਿਲਾਂ ਤਾਂ ਉਹ ਲੁੱਟੀ। ਫਿਰ ਗੁਰੂ ਘਰ ਦੇ ਲੰਗਰ ਦੇ ਭਾਂਡੇ ਵੀ ਮਹਾਰਾਜ ਦੇ ਲੈ ਗਿਆ। ਜੋ ਘਰ ਵਿੱਚ ਸਮਾਨ ਪਹਿਲਾਂ ਸੀ ਨਾ, ਉਹ ਵੀ ਸਾਰਾ ਸਮਾਨ ਪੰਡਾਂ ਬੰਨ੍ਹ ਕੇ ਸੀਆਂ ਮਸੰਦ ਇਹਦੇ ਸਾਥੀ ਲੁੱਟ ਕੇ ਲੈ ਚੱਲੇ। ਤਾਂ ਮਾਤਾ ਨਾਨਕੀ ਜੀ ਆਏ ਤੇ ਉਹਨਾਂ ਨੇ ਤਾੜਨਾ ਕੀਤੀ। ਜਦੋਂ ਤਾੜਨਾ ਕੀਤੀ, ਕਹਿਣ ਲੱਗੇ, ਉਹ ਸੀਆਂ ਪਾਪੀਆ, ਜਿਹੜੀ ਬਾਂਹ ਦੇ ਨਾਲ ਮੇਰੇ ਪੁੱਤਰ ਦੇ ਜੋ ਸੰਤ ਰੂਪ ਹੈ ਤੂੰ ਗੋਲੀ ਚਲਾਈ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਕਰੇ ਤੇਰੀ ਬਾਂਹ ਹੀ ਸੁੱਕ ਜੇ। ਐਸੇ ਬਚਨ ਕਹੇ। ਫਿਰ ਵੀ ਉਹ ਲੋਟੂ ਟੋਲਾ ਸਭ ਕੁਝ ਲੁੱਟ ਕੇ ਲੈ ਚੱਲਿਆ। ਸਿੱਖ ਜਿਹੜੇ 3-4 ਸਨ, ਉਹਨਾਂ ਨੂੰ ਪਹਿਲਾਂ ਆਉਂਦੇ ਹੀ ਜੂੜ ਕੇ ਇਹਨਾਂ ਨੇ ਬੰਨ੍ਹ ਲਿਆ। ਜਦੋਂ ਚੱਲਿਆ ਤੇ ਤੁਰਦਾ ਹੋਇਆ ਸੀਆਂ ਕਹਿਣ ਲੱਗਾ ਵੀ ਗੁਰੂ ਬਣਨ ਦਾ ਮਜ਼ਾ ਚੱਖ ਲਿਆ, ਹੁਣ ਵੀ ਬਣਨਾ ਹੁਣ ਗੁਰੂ, ਵੀ ਗੱਦੀ ਲਾ ਕੇ ਬੈਠਾ ਹੈ ਤੇ ਲੋਕਾਂ ਕੋ ਮੱਥਾ ਟਿਕਾਇਆ। ਤੇਰੀ ਸਲਾਮਤੀ ਤਾਂ ਹੈ ਜੇ ਅੱਜ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਣਾ ਤੇ ਸੰਗਤਾਂ ਕੋਲੋਂ ਮੱਥਾ ਨਹੀਂ ਟਿਕਾਉਣਾ, ਨਹੀਂ ਤਾਂ ਫੇਰ ਨਹੀਂ ਬਖਸ਼ਾਂਗੇ। ਇਹ ਕਹਿ ਕੇ ਸੀਆਂ ਮਸੰਦ ਚਲੇ ਗਿਆ। ਧੀਰਮਲ ਦੇ ਡੇਰੇ ਤੇ ਸਮਾਨ ਦਿੱਤਾ। ਉਹ ਤਾਂ ਮੋਹਰਾਂ ਵੇਖੇ, ਮਾਇਆ ਵੇਖੇ, ਪਦਾਰਥ ਵੇਖ ਵੇਖ ਕਰਕੇ ਕਹਿੰਦੇ ਵੀ ਬਹੁਤ ਹੀ ਖੁਸ਼ ਹੋਵੇ ਧੀਰਮਲ। ਇੱਧਰ ਜਿਹੜੇ ਕੁਝ ਸਿੱਖ ਸਨ, ਇਹਨਾਂ ਨੇ ਬਹੁਤ ਬੁਰਾ ਮਨਾਇਆ ਤੇ ਮੱਖਣ ਸ਼ਾਹ ਲਬਾਣੇ ਦੇ ਡੇਰੇ ਜਾ ਕੇ ਖਬਰ ਦਿੱਤੀ। ਉਹ ਸਿਖਾ ਗੁਰੂ ਤੇਗ ਬਹਾਦਰ ਸਾਹਿਬ ਤਾਂ ਗੁਪਤ ਬੈਠੇ ਸਨ, ਉਹ ਤਾਂ ਆਪਣੇ ਆਨੰਦ ਸੀ। ਤੂੰ ਕਹਿੰਦੇ ਚੰਗਾ ਆ ਕੇ ਉਹਨਾਂ ਨੂੰ ਪ੍ਰਗਟ ਕੀਤਾ ਵੀ ਮਾਰ ਹੀ ਦੇਣ ਲੱਗੇ ਸਨ। ਇਹ ਸਾਰਾ ਕੁਝ ਤੇਰੇ ਕਰਕੇ ਹੋਇਆ। ਲਾਮਾ ਦੇਤਾ ਸਿੱਖ ਨੇ ਜਾ ਕੇ, ਦੁਖੀ ਹੋ ਗਏ। ਇਹ ਸੁਣ ਕੇ ਮੱਖਣ ਸ਼ਾਹ ਲਬਾਣਾ ਬਹੁਤ ਰੋਸ ਆਇਆ। 500 ਸਾਥੀ ਸਾਰੇ ਕਹਿੰਦੇ ਤਿਆਰ ਹੋ। ਉਸੇ ਵੇਲੇ ਸਿੱਧਾ ਤੁਰਿਆ ਇਹ ਧੀਰਮਲ ਦੇ ਡੇਰੇ ਵੱਲ। ਹੁਣ ਜਦੋਂ ਧੀਰਮਲ ਦੇ ਡੇਰੇ ਵੱਲ ਮੱਖਣ ਸ਼ਾਹ ਲਬਾਣਾ ਤੁਰਿਆ, ਇਹਨੂੰ ਪਤਾ ਹੈ ਜੇ ਗੁਰੂ ਨੂੰ ਪੁੱਛਿਆ ਮਹਾਰਾਜ ਬਖਸ਼ਿੰਦਾ, ਉਹਨਾਂ ਜਾਣ ਕੋਈ ਨਹੀਂ ਦੇਣਾ। ਕਿਸੇ ਨੇ ਆ ਕੇ ਦੱਸਿਆ, ਉਹ ਧੀਰਮੱਲਾ ਮੱਖਣ ਸ਼ਾਹ ਲਬਾਣਾ 500 ਬੰਦਾ ਲੈ ਕੇ ਤੇਰੇ ਡੇਰੇ ਵੱਲ ਆ ਰਿਹਾ। ਉਹਨੇ ਸੀਏ ਮਸੰਦ ਨੂੰ ਕਿਹਾ। ਧੀਰਮਲ ਕਹਿੰਦਾ, ਹੇ ਸੀਏ ਮਸੰਦ, ਦੱਸ ਹੁਣ ਕੀ ਕਰੀਏ। ਤੇ ਉਹ ਮਸੰਦ ਕਹਿਣ ਲੱਗਾ ਵੀ ਜੋ ਤੇ ਮੈਂ ਕਰਨਾ ਸੀ ਧੀਰਮਲ ਜੀ, ਉਹ ਤਾਂ ਮੈਂ ਕਰ ਆਇਆ। ਕਹਿੰਦੇ ਹੁਣ ਤੁਸੀਂ ਗੁਰੂ ਉਹ ਕਰਾਮਾਤ ਕੋਈ ਤੁਸੀਂ ਵੀ ਵਿਖਾਓ ਨਾ, ਵਿਖਾਓ ਕੋਈ ਕਰਾਮਾਤ ਵੀ ਆਉਂਦਾ ਹੀ ਭਸਮ ਕਰ ਦਿਓ 500 ਦੇ 500 ਨੂੰ। ਇੰਨੀ ਗੱਲ ਕਹਿਣ ਦੀ ਦੇਰ ਸੀ ਵੀ ਜਿਹੜਾ ਧੀਰਮਲ ਹੈ ਨਾ, ਇਹਦੀ ਨੀਵੀਂ ਪੈ ਗਈ, ਕਿਉਂਕਿ ਹੈ ਕੱਚਾ ਸੀ ਨਾ। ਧਰਤੀ ਵੱਲ ਬਸ ਵੇਖੀ ਜਾਂਦਾ ਹੈ, ਜਿਵੇਂ ਆਪਣਾ ਆਪ ਸਪੁਰਦ ਕਰਤਾ। ਮੱਖਣ ਸ਼ਾਹ ਲਬਾਣੇ ਦੇ ਬੰਦਿਆਂ ਨੇ ਆਉਂਦਿਆਂ ਹੀ ਇਹਦੇ 50 ਬੰਦਿਆਂ ਦੇ ਸ਼ਸਤਰ ਖੋਹ ਕੇ ਬੰਨ੍ਹ ਲਏ। ਫਿਰ ਸਾਰਿਆਂ ਨੂੰ ਕਿਹਾ ਵੀ ਜਿਹੜਾ ਅੱਗੇ ਆਊਗਾ ਉਹਨੂੰ ਮਾਰ ਦਿਆਂਗੇ। ਸਮਾਨ ਜਿੰਨਾ ਵੀ ਸੀ ਇਹਦੇ ਡੇਰੇ ਦੇ ਵਿੱਚ ਜੋ ਲੁੱਟ ਕੇ ਲਿਆਇਆ ਤੇ ਜੋ ਇਹਦਾ ਆਪਣਾ ਸੀ, ਸਾਰਾ ਬੰਨ੍ਹ ਕੇ ਇਹਦੇ ਬੰਦਿਆਂ ਦੇ ਸਿਰਾਂ ਤੇ ਪੰਡਾਂ ਰਖਾਈਆਂ ਵੀ ਚੱਲ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੇ ਛੱਡ ਕੇ ਆਓ, ਨਹੀਂ ਤੇ ਮਾਰੇ ਜਾਓਗੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੁਖ ਆਸਣ ਕਰਕੇ ਕਹਿੰਦੇ ਵੀ ਇਹ ਤੂੰ ਮਾਲਕ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ। ਉਹ ਸਰੂਪ ਵੀ ਲੈ ਆਏ। ਧੀਰਮਲ ਨੂੰ ਤਾਂ ਕੁਝ ਕਿਹਾ ਨਹੀਂ ਵੀ ਭਾਵੇਂ ਤੂੰ ਹੈ ਤਾਂ ਖੋਟਾ ਪਰ ਗੁਰੂ ਬੰਸ ਹੈ, ਮਾਫ ਕੀਤਾ ਤੈਨੂੰ। ਸੀਏ ਮਸੰਦ ਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਗਿਆ ਭਾਈ ਮੱਖਣ ਸ਼ਾਹ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਨੇ, ਹੁਣ ਤੱਕੋ ਮਹਾਰਾਜ ਸਾਹਿਬ ਕੈਸੇ ਤਿਆਗੀ ਨੇ। ਸਾਰਾ ਸਮਾਨ ਜਦੋਂ ਲੁੱਟ ਕੇ ਲਿਆ ਕੇ ਵਾਪਸ ਗੁਰੂ ਸਾਹਿਬ ਦੇ ਲਾਗੇ ਸਾਗੇ ਰੱਖਿਆ ਤੇ ਮਹਾਰਾਜ ਕਹਿੰਦੇ, ਮੱਖਣ ਸ਼ਾਹ ਜੀ ਇਹ ਕੀ ਲੈ ਆਏ ਹੋ। ਕਹਿਣ ਲੱਗੇ, ਮਹਾਰਾਜ ਇਹਨਾਂ ਤੁਹਾਡਾ ਡੇਰਾ ਲੁੱਟ ਕੇ ਖੜਿਆ ਸੀ, ਅਸੀਂ ਉਹਨਾਂ ਦਾ ਲੁੱਟ ਕੇ ਲੈ ਆਏ ਹਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾ ਬਚਨ ਇਹ ਕੀਤਾ ਸੀ, ਮੱਖਣ ਸ਼ਾਹ ਜੀ, ਧੀਰਮਲ ਉਹਦੇ ਬੰਦੇ ਆਏ ਤੇ ਉਹ ਤੁਹਾਡਾ ਡੇਰਾ ਘਰ ਲੁੱਟ ਕੇ ਲੈ ਗਏ, ਕਿਉਂਕਿ ਉਹ ਮਾਇਆ ਦੇ ਲੋਭੀ ਲਾਲਚੀ ਸਨ। ਤੁਸੀਂ ਗਏ ਤੇ ਤੁਸੀਂ ਧੀਰਮਲ ਦਾ ਡੇਰਾ ਲੁੱਟ ਕੇ ਲੈ ਕੇ ਆਏ, ਦੱਸੋ ਤੁਹਾਡੇ ਦੋਵਾਂ 'ਚ ਫਰਕ ਕੀ ਰਿਹਾ। ਮਹਾਰਾਜ ਕਹਿਣ ਲੱਗੇ, ਇਹ ਸਾਰਾ ਧਨ ਨੂੰ ਵਾਪਸ ਕਰੋ। ਮੱਖਣ ਸ਼ਾਹ ਲਬਾਣਾ ਕਹਿੰਦਾ, ਮਹਾਰਾਜ ਉਹਨੇ ਅਪਰਾਧ ਕੀਤਾ ਏ। ਤੇ ਸੀਆਂ ਮਸੰਦ ਸਾਹਮਣੇ ਸੀ। ਮਹਾਰਾਜ ਹੁਕਮ ਕਰੋ ਵੀ ਇਹਨੂੰ ਇੱਥੇ ਤੁਹਾਡੇ ਸਾਹਮਣੇ ਮਾਰਿਆ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਕਿਸੇ ਨਾਲ ਕੋਈ ਵੈਰ ਵਿਰੋਧ ਹੈ ਹੀ ਨਹੀਂ ਹੈ, ਕਿਸੇ ਨਾਲ ਕੋਈ ਦਵੈਸ਼ ਭਾਵਨਾ ਨਹੀਂ, ਪਾਤਸ਼ਾਹ ਕਹਿੰਦੇ ਵੀ ਇਹਦਾ ਕੋਈ ਕਸੂਰ ਨਹੀਂ ਹੈ। ਇਹ ਮਾਇਆ ਦੇ ਪੁਜਾਰੀ, ਇਹਨਾਂ ਨੂੰ ਮਾਇਆ ਤੰਗ ਕਰਦੀ ਹੈ। ਜਿੰਨਾ ਚਿਰ ਬੰਦੇ ਦੇ ਅੰਦਰ ਕਾਮਨਾਵਾਂ ਨੇ,
ਉਹ ਤੜਫਦਾ ਹੈ ਜਦੋਂ ਕਾਮਨਾਵਾਂ ਨਾ ਪੂਰੀਆਂ ਹੋਣ, ਫਿਰ ਕ੍ਰੋਧ ਵਿੱਚ ਆਉਂਦਾ ਹੈ। ਕ੍ਰੋਧ ਵਿੱਚ ਆ ਕੇ ਕੋਈ ਮਾੜਾ ਚੰਗਾ ਕਰਮ ਕਰ ਬੈਠਦਾ ਏ, ਉਸੇ ਕਰਮ ਕਰਕੇ ਫਿਰ ਦੁੱਖ ਭੋਗਦਾ ਏ। ਇਸ ਕਰਕੇ ਮੱਖਣ ਸ਼ਾਹ ਜੀ ਖਿਮਾ ਕਰ ਦਈਏ ਆਪਾਂ ਇਹਨਾਂ ਨੂੰ। ਖੋਲੋ ਬਾਹਾਂ, ਬਾਹਾਂ ਖੋਲ ਕੇ ਛੱਡ ਦਿਓ ਸੀਏ ਮਸੰਦ ਨੂੰ। ਤੇ ਉਹ ਫਿਰ ਇਤਰਾਜ਼ ਜਤਾਇਆ ਤਾਂ ਸਾਹਿਬ ਕਹਿੰਦੇ ਖਿਮਾ ਕਰਨ ਦੇ ਬਰਾਬਰ ਮੱਖਣ ਸ਼ਾਹ ਜੀ ਕੋਈ ਬੰਦਗੀ ਨਹੀਂ ਹੈ। ਖਿਮਾ ਕਰਨ ਦੇ ਬਰਾਬਰ ਕੋਈ ਤੀਰਥ ਯਾਤਰਾ ਦਾ ਫਲ ਨਹੀਂ ਹੈ ਜਿਹੜਾ ਕਿਸੇ ਨੂੰ ਖਿਮਾ ਕਰ ਦੇਣਾ ਇਹ ਵੱਡਾ ਗੁਣ ਹੈ। ਖਿਮਾ ਕਰਨ ਦੇ ਬਰਾਬਰ ਕੋਈ ਗਿਆਨ ਨਹੀਂ ਹੈ। ਖਿਮਾ ਕਰਨ ਦੇ ਬਰਾਬਰ ਕਹਿੰਦੇ ਕੋਈ ਪਰਉਪਕਾਰ ਨਹੀਂ ਹੈ। ਇਹ ਕਰਕੇ ਖਿਮਾ ਕਰ ਦਿਓ। ਬਾਹਾਂ ਖੁਲਾਈਆਂ। ਵੇਖੋ ਇੱਕ ਤਾਂ ਹੁੰਦਾ ਹੈ ਬੰਦਾ ਗਲਤੀ ਕਰੇ ਤੇ ਮਾਫੀ ਮੰਗੇ, ਉਹਨੂੰ ਮਾਫੀ ਦੇਣੀ ਜਿਹੜੀ ਹੈ ਕੋਈ ਮਾਫੀ ਗਲਤੀ ਮੰਗਣ ਤੇ ਦਵੇ ਤਾਂ ਸੋਚ ਸਕਦੇ ਹਾਂ ਵੀ ਉਹਨੇ ਗਲਤੀ ਮੰਨੀ ਸੀ। ਸੀਏ ਨੇ ਗਲਤੀ ਵੀ ਨਹੀਂ ਮੰਨੀ ਪਰ ਫਿਰ ਵੀ ਪਰਉਪਕਾਰੀ ਸਤਿਗੁਰੂ ਕਹਿੰਦੇ ਇਹਨੂੰ ਮਾਫ ਕੀਤਾ ਜਾਣ ਦਿਓ। ਮਾਤਾ ਨਾਨਕੀ ਜੀ ਕਹਿਣ ਲੱਗੇ, ਹੇ ਪੁੱਤਰ ਤੁਹਾਨੂੰ ਇਹ ਪਦਾਰਥ ਕਿਉਂ ਨਹੀਂ ਚੰਗੇ ਲੱਗਦੇ? ਕਿਉਂਕਿ ਮਹਾਰਾਜ ਨੇ ਕਿਹਾ ਸੀ ਜਿਹੜਾ ਉਹਦਾ ਡੇਰਾ ਲੁੱਟਿਆ ਉਹ ਤਾਂ ਦੇ ਕੇ ਹੀ ਆਉਣਾ ਹੈ। ਮੱਖਣ ਸ਼ਾਹ ਜੀ ਜਿੰਨੀ ਵੀ ਮਾਇਆ ਆਪਣੇ ਅੱਗੇ ਚੜੀ ਹੈ ਨਾ, ਇਹ ਵੀ ਸਾਰੀ ਉਹਨੂੰ ਦੇ ਦਿਓ। ਕਿਉਂਕਿ ਜਿੱਥੇ ਮਾਇਆ ਜਾਂਦੀ ਹੈ ਉਹ ਕਦੇ ਸ਼ਾਂਤੀ ਨਾਲ ਸੁੱਖ ਨਾਲ ਨਹੀਂ ਬੈਠਦਾ। ਸੁੱਖ ਉਹਨਾਂ ਨੂੰ ਮਿਲੇਗਾ ਕੋਈ ਨਹੀਂ। ਆਪੇ ਕਰਤਾਰ ਜਿਹੜਾ ਹੈ ਨਾ ਉਹ ਨਿਆਂ ਕਰੇਗਾ। ਮਾਤਾ ਨਾਨਕੀ ਜੀ ਨੇ ਕਿਹਾ ਸੀ ਵੀ ਪੁੱਤਰ ਜੀ ਤੁਸੀਂ ਤਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇ ਸ਼ਾਂਤੀ ਤੇ ਖਿਮਾ ਵਿੱਚ ਰਹਿੰਦੇ ਹੋ। ਤੇ ਮਹਾਰਾਜ ਕਹਿੰਦੇ ਵੀ ਉਹਦੇ ਕਰਮ ਹੀ ਉਹਨੂੰ ਕਹਿਣਗੇ। ਜਿਹੋ ਜਿਹਾ ਕੋਈ ਬੀਜ ਬੀਜਦਾ ਹੈ ਉਹ ਵੱਢਣਾ ਪਵੇਗਾ। ਉਹੀ ਹੋਇਆ, ਉਹਦਾ ਡੇਰਾ ਲੁੱਟਿਆ। ਮਹਾਰਾਜ ਸਾਹਿਬ ਕਹਿੰਦੇ ਸਭ ਕੁਝ ਵਾਪਸ ਕਰੋ। ਜਦੋਂ ਮਾਤਾ ਨਾਨਕੀ ਜੀ ਨੇ ਕਿਹਾ ਤੁਹਾਨੂੰ ਮਾਇਆ ਚੰਗੀ ਨਹੀਂ ਲੱਗਦੀ, ਤਾਂ ਪਾਤਸ਼ਾਹ ਨੇ ਬਸੰਤ ਰੁੱਤ ਸੀ ਕਿਉਂਕਿ 1721 ਚੇਤ ਸੁਦੀ 14 ਨੂੰ ਗੁਰਿਆਈ ਮਿਲੀ ਮਹਾਰਾਜ ਸਾਹਿਬ ਜੀ ਨੂੰ। ਗੁਰੂ ਤਾਂ ਉਦਣ ਤੋਂ ਹੀ ਨੇ, ਪਰ ਗੁਰੂ ਪ੍ਰਗਟ ਹੋ ਕੇ ਪੂਰੇ 1 ਸਾਲ ਬਾਅਦ 1722 ਬਿਕਰਮੀ ਸੰਮਤ 1665 ਈਸਵੀ ਨੂੰ ਚੇਤ ਸੁਦੀ 14 ਭਾਵ ਚੇਤ ਮਹੀਨੇ ਦੀ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਤਖਤ ਤੇ ਮਹਾਰਾਜ ਸਾਹਿਬ ਬਰਾਜੇ ਤੇ ਬਸੰਤ ਰੁੱਤ ਸੀ। ਸਾਹਿਬ ਕਹਿੰਦੇ ਬਸੰਤ ਮਹੱਲਾ ਨਾਵਾਂ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰਾ ਧਾਵਨ ਤੇ ਛੁਟਿਓ ਕਰ ਬੈਠੋ ਬਿਸਰਾਮ। ਵੀ ਮੈਨੂੰ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ, ਮੈਨੂੰ ਹੁਣ ਇਹ ਧਨ ਦੀ ਲੋੜ ਕੋਈ ਨਹੀਂ ਹੈ। ਇਹ ਹੋਰ ਵੀ ਐਸੇ ਮਹਾਰਾਜ ਨੇ ਸ਼ਬਦ ਉਚਾਰੇ। ਮਾਤਾ ਨਾਨਕੀ ਮੱਖਣ ਸ਼ਾਹ ਲਬਾਣੇ ਨੇ ਨੀਵੀਂ ਪਾ ਲਈ ਵੀ ਸਤਿਗੁਰੂ ਸਾਹਿਬ ਦਾ ਜਿਵੇਂ ਹੁਕਮ। ਸਾਰਾ ਹੀ ਸਮਾਨ ਵਾਪਸ ਕਰਾ ਦਿੱਤਾ ਗਿਆ। ਇੱਥੋਂ ਤੀਕਰ ਜੋ ਨੇ 500 ਮੋਹਰ ਮੱਥਾ ਟੇਕਿਆ ਸੀ ਉਹ ਵੀ ਮਹਾਰਾਜ ਨੇ ਧੀਰਮਲ ਨੂੰ ਦਵਾ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਰੱਖ ਲਿਆ। ਮਾਤਾ ਨਾਨਕੀ ਜੀ ਦੀ ਆਪਸ ਵਿੱਚ ਸਲਾਹ ਕਰਕੇ ਗੁਰਾਂ ਨੂੰ ਦੱਸਿਆ ਕੋਈ ਨਾ, ਸਭ ਸਮਾਨ ਵਾਪਸ ਭੇਜਿਆ। ਤੇ ਮੱਖਣ ਸ਼ਾਹ ਨੇ ਸੁਨੇਹਾ ਭੇਜਿਆ ਵੀ ਧੀਰਮਲ ਨੂੰ ਕਹਿ ਦਿਓ ਵੀ ਗੁਰੂ ਨੇ ਤੈਨੂੰ ਬਚਾ ਲਿਆ ਏ, ਚੰਗਾ ਹੋਇਆ ਏ ਅੱਜ ਸ਼ਸਤਰ ਨਹੀਂ ਚੱਲੇ, ਜੇ ਚੱਲ ਜਾਂਦੇ ਤਾਂ ਤੂੰ ਲੱਭਣਾ ਕੋਈ ਨਹੀਂ ਸੀ ਸਾਥੀਆਂ ਸਮੇਤ। ਉਹ ਤਾਂ ਰਾਤੋਂ ਰਾਤ ਹੀ ਫਿਰ ਧੀਰਮਲ ਬਾਬੇ ਬਕਾਲੇ ਅਗਲੀ ਸਵੇਰ ਨਹੀਂ ਉਹਨੇ ਹੋਣ ਦਿੱਤੀ। ਜਿਹੜੀ ਰਾਤ ਇਹ ਕਾਰਾ ਵਾਪਰਿਆ ਨਾ, ਸ਼ਰਮਿੰਦਾ ਹੋ ਕੇ ਸਵੇਰ ਹੋਣ ਤੋਂ ਪਹਿਲਾਂ ਕਰਤਾਰਪੁਰ ਨੂੰ ਨਿਕਲ ਗਿਆ। ਮਹਾਰਾਜ ਕੁਝ ਦਿਨ ਇੱਥੇ ਬਰਾਜੇ ਰਹੇ, ਉਪਦੇਸ਼ ਦਿੰਦੇ ਰਹੇ। ਇੱਕ ਦਿਨ ਮੱਖਣ ਸ਼ਾਹ ਕਹਿੰਦਾ ਮਹਾਰਾਜ ਵਿਸਾਖੀ ਆਉਣ ਵਾਲੀ ਹੈ, ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨੇ ਨੇ, ਆਗਿਆ ਹੋਵੇ ਤੇ ਜਾਵਾਂ ਫਿਰ ਵਾਪਸ ਆਵਾਂਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਵੀ ਨਾਲ ਹੀ ਚੱਲਦੇ ਹਾਂ। 30 ਵਰੇ ਹੋ ਗਏ ਨੇ ਕਦੀ ਗਏ ਨਹੀਂ ਉੱਥੇ। ਮਹਾਰਾਜ ਸਾਹਿਬ ਜੀ ਚੱਲੇ ਨੇ, ਸਭ ਤਿਆਰੀ ਕੀਤੀ। ਇੱਥੋਂ ਸਿੱਧਾ ਪਹਿਲਾਂ ਗੋਂਦਵਾਲ ਸਾਹਿਬ ਗਏ ਨੇ ਕਿਉਂਕਿ ਗੋਂਦਵਾਲ ਸਾਹਿਬ ਪਹਿਲਾ ਤੀਰਥ ਹੈ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਤੀਰਥ ਸਥਾਨ ਪ੍ਰਗਟ ਕੀਤਾ। ਬੌਲੀ ਸਾਹਿਬ 84 ਪੌੜੀਆਂ ਦੀ ਬੌਲੀ ਰਚ ਕੇ, ਜਿੱਥੇ ਕਿਹਾ ਵੀ ਇੱਕ ਪੌੜੀ ਤੇ ਇਸ਼ਨਾਨ ਸਣ ਕੇਸੀ ਕਰਕੇ ਬੌਲੀ ਚੋਂ ਜਪ ਸਾਹਿਬ ਦਾ ਪਾਠ ਕਰੇ ਸਿੱਖ। ਇਸੇ ਕਿਰਿਆ ਨੂੰ 84 ਵਾਰ ਦੁਹਰਾਏ ਤਾਂ ਉਸ ਦੀ ਅਸੀਂ ਬਾਂਹ ਫੜਾਂਗੇ, ਉਹਨੂੰ ਨਰਕਾਂ 'ਚ ਨਹੀਂ ਜਾਣ ਦਿਆਂਗੇ। ਪਹਿਲਾ ਤੀਰਥ ਗੁਰੂ ਅਮਰਦਾਸ ਸਾਹਿਬ ਨੇ ਰਚਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਇੱਥੇ ਆਏ, ਬੌਲੀ ਸਾਹਿਬ 'ਚ ਇਸ਼ਨਾਨ ਕੀਤਾ। ਮਹਾਰਾਜ ਨੂੰ ਉੱਥੇ ਇਸ਼ਨਾਨ ਦੀ ਜਾਂ ਯਾਤਰਾ ਦੀ ਲੋੜ ਨਹੀਂ, ਅਸਲ 'ਚ ਪੂਰਨੇ ਪਾ ਰਹੇ ਨੇ। ਪੁਰਾਣੇ ਬਜ਼ੁਰਗ ਬੈਠੇ ਆ, ਹੁਣ ਤਾਂ ਉਹ ਨਹੀਂ ਢੰਗ। ਪਹਿਲਾਂ ਬੱਚਿਆਂ ਨੂੰ ਜਦੋਂ ਸਿਖਾਉਂਦੇ ਸਨ, ਫੱਟੀ ਦੇ ਉੱਤੇ ਜਾਂ ਸਲੇਟ ਦੇ ਉੱਤੇ ਪਹਿਲਾਂ ਪੂਰਨੇ ਪਾਉਂਦੇ। ਪੂਰਨੇ ਹੁੰਦੇ ਵੀ ਜਿਹੜੇ ਕੱਚੇ ਅੱਖਰ ਜਿਵੇਂ ਪੈਨਸ਼ਨ ਦੇ ਨਾਲ ਲਿਖਦੇ ਨੇ। ਫਿਰ ਬੱਚਿਆਂ ਨੂੰ ਕਹਿਣਾ ਵੀ ਜਿਵੇਂ ਜਿਵੇਂ ਲਿਖੇ ਨੇ ਹੁਣ ਉਹਦੇ ਉੱਤੇ ਉੱਤੇ ਹੀ ਤੁਸੀਂ ਸਿਆਹੀ ਨਾ ਲਿਖੋ, ਐਵੇਂ ਹੱਥ ਪੱਕ ਜਾਂਦਾ ਸੀ। ਮਹਾਰਾਜ ਪੂਰਨੇ ਪਾ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰਸਿੱਖਾ ਗੁਰ ਸਥਾਨਾਂ ਦੀ ਯਾਤਰਾ ਜ਼ਰੂਰ ਕਰਨੀ ਹੈ।
ਵੇਖ ਤੇਰਾ ਗੁਰੂ ਵੀ ਅਸਥਾਨਾਂ ਦੀ ਯਾਤਰਾ ਕਰਦਾ ਰਿਹਾ ਏ। ਯਾਤਰਾ ਕਰਨ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ ਜੀਵਨ ਦੇ ਵਿੱਚ। ਬੌਲੀ ਸਾਹਿਬ ਇਸ਼ਨਾਨ ਕਰਕੇ ਇੱਥੋਂ ਭੱਲਿਆਂ ਦੇ ਸਾਹਿਬਜ਼ਾਦਿਆਂ ਨੂੰ ਮਿਲ ਕੇ ਫਿਰ ਖਡੂਰ ਸਾਹਿਬ ਆ ਗਏ, ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ 12 ਸਾਲ ਗੁਰਿਆਈ ਤੇ ਬਿਰਾਜਮਾਨ ਹੋ ਕੇ ਵੱਡੇ ਕਾਰਜ ਕੀਤੇ। ਗੁਰਮੁਖੀ ਲਿਪੀ ਜੋ ਅੱਜ ਦੇ ਰੂਪ ਵਿੱਚ ਸਾਨੂੰ ਮਿਲਦੀ ਹੈ, ਇਹਦਾ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਨਿਰਧਾਰਿਤ ਕੀਤਾ ਸੀ। ਊੜੇ ਤੋਂ ਆਰੰਭ ਕੀਤਾ ਜੋ ੜਾੜੇ ਤੀਕਰ। ਇਹ ਮਹਾਰਾਜ ਨੇ ਖਡੂਰ ਸਾਹਿਬ ਕਾਰਜ ਕੀਤੇ, ਹੋਰ ਬੜੇ ਕਾਰਜ ਕੀਤੇ। ਬੱਚਿਆਂ ਨੂੰ ਪੜ੍ਹਾਉਣਾ ਕਿਵੇਂ ਹੈ, ਇਹ ਵੀ ਗੁਰੂ ਅੰਗਦ ਸਾਹਿਬ ਨੇ ਸਿੱਖਿਆ ਦਿੱਤੀ। ਮਹਾਰਾਜ ਮੱਲ ਅਖਾੜੇ ਸਾਹਿਬ ਆਪਣੀ ਗੋਦ ਵਿੱਚ ਬੱਚਿਆਂ ਨੂੰ ਬਿਠਾ ਕੇ ਸਿਖਾਉਂਦੇ ਹੁੰਦੇ ਸਨ ਗੁਰਬਾਣੀ, ਵੀ ਗੋਦ ਵਿੱਚ ਬਿਠਾ ਕੇ ਬੱਚੇ ਨੂੰ ਕੁਝ ਸਿਖਾਓ ਤੇ ਉਹਨੂੰ ਛੇਤੀ ਸਮਝ ਪੈਂਦਾ ਹੈ। ਲਾਡ ਪਿਆਰ ਨਾਲ ਸਿਖਾਓ ਤੇ ਇੱਥੋਂ ਤੀਕਰ ਸਿਖਾਓ ਵੀ ਭਾਵੇਂ ਹਮਾਂਜੂ ਵਰਗਾ ਵੀ ਆਵੇ, ਕਲਾਸ ਤੋਂ ਧਿਆਨ ਦੂਜੇ ਪਾਸੇ ਨਾ ਜਾਵੇ। ਸੋ ਰੋਹ ਵਿਚਾਰ ਖਡੂਰ ਸਾਹਿਬ ਦਰਸ਼ਨ ਕੀਤੇ। ਫਿਰ ਤਰਨ ਤਾਰਨ ਆਏ। ਤਰਨ ਤਾਰਨ ਦੁੱਖ ਨਿਵਾਰਨ ਸਾਹਿਬ ਹੈ। ਮਹਾਰਾਜ ਨੇ ਦੁੱਖਾਂ ਦੀ ਨਿਵਰਤੀ ਵਾਲਾ ਤੀਰਥ ਜਿਹੜਾ ਰਚਿਆ, ਬਹੁਤ ਵੱਡਾ ਸਰੋਵਰ ਕਹਿ ਸਕਦੇ ਹਾਂ। ਜਿਨ੍ਹਾਂ ਦਰਸ਼ਨ ਕੀਤੇ ਆਪ ਸਭ ਨੇ ਵੀ ਉਹ ਤੋਂ ਵੱਡਾ ਹੋਰ ਸਰੋਵਰ ਹੈ ਹੀ ਨਹੀਂ ਸਿੱਖੀ ਵਿੱਚ। ਮਹਾਰਾਜ ਸਾਹਿਬ ਦੇ ਇਸ਼ਨਾਨ ਕੀਤੇ। ਅੰਮ੍ਰਿਤਸਰ ਸਾਹਿਬ ਪਹੁੰਚਣ ਹੀ ਵਾਲੇ ਸਨ। ਮਸੰਦਾਂ ਨੂੰ ਪਤਾ ਲੱਗ ਗਿਆ, ਪੁਜਾਰੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ। ਮੱਖਣ ਸ਼ਾਹ ਇਹ ਬੰਦੇ ਨਾਲ ਨੇ, ਇਹ ਨਾ ਹੋਵੇ ਵੀ ਕਿਤੇ ਕਬਜ਼ਾ ਕਰਕੇ ਹਰਿਮੰਦਰ ਸਾਹਿਬ ਤੇ ਬਹਿ ਜਾਣ, ਸਾਡੀ ਤੇ ਕਹਿੰਦੇ ਦੁਕਾਨ ਬੰਦ ਹੋ ਜਾਏਗੀ। ਵੇਖੋ ਹੁਣ ਹੈ ਹਰਿਮੰਦਰ ਸਾਹਿਬ ਸਾਂਝਾ ਸਥਾਨ ਹੈ, ਪਰ ਮਸੰਦ ਜਿਹੜੇ ਨੇ ਉਹਨਾਂ ਨੇ ਆਪਣੀ ਦੁਕਾਨਦਾਰੀ ਬਣਾਈ ਹੈ। ਦੁਕਾਨਦਾਰ ਨੂੰ ਤਾਂ ਰੋਸ ਹੋਊਗਾ ਜਦੋਂ ਆਪਾਂ ਉਹਦੀ ਦੁਕਾਨ ਮੱਲਾਂਗੇ। ਜਿੱਥੇ ਕੋਈ ਵਪਾਰ ਕਰਦਾ ਜਿਸ ਦੁਕਾਨ ਤੇ, ਉੱਥੇ ਕਬਜ਼ਾ ਕਰਨ ਦਾ ਯਤਨ ਕਰਾਂਗੇ, ਉਹ ਰੋਸ ਕਰੇਗਾ ਵੀ ਮੇਰਾ ਵਪਾਰ ਏ। ਪਰ ਗੁਰੂ ਘਰ ਤਾਂ ਸਾਂਝਾ ਸੀ ਨਾ। ਪਰ ਇਹਨਾਂ ਪੁਜਾਰੀਆਂ ਨੇ ਛਲ ਕਪਟ ਕੀਤਾ। ਜਿਸ ਗੁਰੂ ਦਾ ਅਸਥਾਨ ਹੈ, ਜਿਹੜਾ ਮਾਲਕ ਏ, ਉਸੇ ਗੁਰੂ ਨੂੰ ਦਰਸ਼ਨ ਕਰਨ ਤੋਂ ਵਾਂਝਿਆ ਕਰਨ ਦੇ ਲਈ ਦਰਸ਼ਨੀ ਡਿਊਟੀ ਦਾ ਦਰਵਾਜ਼ਾ ਬੰਦ ਕਰਤਾ। ਕਈ ਥਾਵਾਂ ਤੇ ਜ਼ਿਕਰ ਹੁੰਦਾ ਹੈ ਵੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕੀਤੇ। ਅਸਲ 'ਚ ਉਦੋਂ ਦਰਵਾਜ਼ੇ ਅੰਦਰ ਨਹੀਂ ਸੀ ਲੱਗੇ, ਇਹ ਤਾਂ ਤਖਤੇ ਬਾਅਦ 'ਚ ਲੱਗੇ। ਦਰਸ਼ਨੀ ਡਿਊਟੀ ਤੇ ਦਰਵਾਜ਼ਾ ਜ਼ਰੂਰ ਹੁੰਦਾ ਸੀ। ਉੱਥੇ ਤਾਲਾ ਲਾ ਕੇ ਤੇ ਸਾਰੇ ਜਿਹੜੇ ਛਿਪ ਗਏ ਆਪੋ ਆਪਣੇ ਘਰਾਂ 'ਚ। ਗੁਰੂ ਤੇਗ ਬਹਾਦਰ ਸਾਹਿਬ ਮੱਖਣ ਸ਼ਾਹ ਲਬਾਣਾ ਪਹੁੰਚੇ। ਜਦੋਂ ਵੇਖਿਆ ਕਹਿਣ ਲੱਗੇ ਵੀ ਇਹ ਮਸੰਦਾਂ ਦੀ ਕਾਲੀ ਕਰਤੂਤ ਹੈ। ਮਹਾਰਾਜ ਕਹਿੰਦੇ ਵੇਖ ਲਾ ਮੱਖਣ ਸ਼ਾਹ, ਇੱਦਾਂ ਦੇ ਇਹ ਭ੍ਰਿਸ਼ਟੇ ਗਏ ਲੋਕ ਨੇ, ਇਹਨਾਂ ਨੇ ਆਪਣੀ ਮਲਕੀਅਤ ਬਣਾ ਲਿਆ ਹੈ ਗੁਰਸਥਾਨ ਵੀ ਜਿਵੇਂ ਸਾਡੀ ਜੱਦੀ ਜਾਇਦਾਦ ਹੈ। ਪੂਜਾ ਦਾ ਧਾਨ ਖਾ ਖਾ ਕੇ ਇਹਨਾਂ ਦੀ ਮੱਤ ਮਾਰੀ ਗਈ ਹੈ। ਭ੍ਰਿਸ਼ਟੇ ਗਏ ਨੇ, ਅਸੀਂ ਦਰਸ਼ਨ ਹੀ ਤਾਂ ਕਰਨੇ ਸੀ, ਦਰਵਾਜ਼ੇ ਬੰਦ ਕਰ ਗਏ ਆ। ਤਾਂ ਧੀਰਮਲ ਕਹਿੰਦਾ ਮਹਾਰਾਜ ਆਗਿਆ ਦਿਓ, ਦਰਵਾਜ਼ੇ ਤੋੜ ਦਿੰਦੇ ਆ ਤੇ ਮਸੰਦਾਂ ਨੂੰ ਸੋਧਾ ਲਾ ਦਿੰਦੇ। ਮਹਾਰਾਜ ਕਹਿੰਦੇ ਨਾ, ਆਪਾਂ ਇਹ ਕੰਮ ਨਹੀਂ ਕਰਨਾ। ਸਤਿਗੁਰੂ ਸਾਹਿਬ ਜੀ ਨੇ ਉੱਥੇ ਫਿਰ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕੀਤਾ, ਬਾਹਰਲੀ ਪਰਿਕਰਮਾ ਕੀਤੀ ਸਰੋਵਰ ਦੀ। ਅਕਾਲ ਤਖਤ ਸਾਹਿਬ ਵੱਲ ਨੂੰ ਜਦੋਂ ਮੁੱਖ ਕਰੀਏ, ਸੱਜੇ ਪਾਸੇ ਗੁਰਦੁਆਰਾ ਥੜਾ ਸਾਹਿਬ ਹੈ। ਹੁਣ ਥੱਲੇ ਭੋਰਾ ਵੀ ਆ ਨਾਲ ਬਣਿਆ, ਕਿਉਂਕਿ ਉੱਚਾ ਥਾਂ ਬਣ ਗਿਆ ਏ। ਉਹ ਬੇਰੀ ਦੇ ਹੇਠਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠ ਗਏ ਤੇ ਮੱਖਣ ਸ਼ਾਹ ਲਬਾਣੇ ਨੂੰ ਕਹਿੰਦੇ ਤੁਸੀਂ ਵਿਸਾਖੀ ਦਾ ਇਸ਼ਨਾਨ ਕਰਕੇ ਤੇ ਬਾਕੀ 4 ਜਿਹੜੇ ਸਰੋਵਰ ਹੋਰ ਨੇ ਅੰਮ੍ਰਿਤਸਰ ਤੋਂ ਇਲਾਵਾ, ਸੰਤੋਖ ਸਰ, ਕੌਲ ਸਰ, ਬਬੇਕ ਸਰ, ਅੰਮ੍ਰਿਤਸਰ, ਇਹਨਾਂ ਅਸਥਾਨਾਂ ਦੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਰਾਮਸਰ, 5 ਸਥਾਨਾਂ ਦੇ 5 ਸਰੋਵਰਾਂ ਦੇ ਇਸ਼ਨਾਨ ਕਰੋ ਤੇ ਫਿਰ ਤੁਸੀਂ ਆ ਜਿਓ। ਮਹਾਰਾਜ ਪਿਛਲੇ ਪਹਿਰ ਤਾਈਂ ਬੈਠੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਵੀ ਹੁਣ ਹੀ ਮਸੰਦ ਆਉਣਗੇ ਤਾਂ ਚਲੋ ਬਖਸ਼ੇ ਜਾਣਗੇ। ਪਿਛਲੇ ਪਹਿਰ ਤੀਕਰ ਮਸੰਦ ਆਏ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਫਿਰ ਇੱਥੋਂ ਹੀ ਬੰਦਗੀ ਕਰਦੇ ਆ, ਉੱਠ ਕੇ ਨਮਸਕਾਰ ਕਰਕੇ ਤੇ ਵੱਲੇ ਨਗਰ ਨੂੰ ਚਲੇ ਗਏ ਪਾਤਸ਼ਾਹ। 3 ਮੀਲ ਦੀ ਦੂਰੀ ਤੇ ਵੱਲਾ ਨਗਰ ਹੈ। ਕੋਠਾ ਸਾਹਿਬ ਗੁਰਦੁਆਰਾ ਹੁਣ ਬਣਿਆ ਉੱਥੇ। ਕੋਠਾ ਸਾਹਿਬ ਅਸਥਾਨ ਹੈ। ਇੱਕ ਸਿੱਖ ਦੇ ਘਰ ਵਿੱਚ ਗਏ, ਮਾਈ ਹਰਹਾਂ ਨੇ ਉੱਥੇ ਸੇਵਾ ਕੀਤੀ। 9ਵੇਂ ਪਾਤਸ਼ਾਹ ਜੀ ਸਤਿਗੁਰੂ ਤਾਂ ਉੱਥੇ ਜਾ ਬਰਾਜੇ। ਮੱਖਣ ਸ਼ਾਹ ਲਬਾਣਾ ਬਾਕੀ ਸਰੋਵਰਾਂ ਦੇ ਇਸ਼ਨਾਨ ਕਰਕੇ ਜਦੋਂ ਆਇਆ, ਵੇਖਿਆ ਵੀ ਗੁਰੂ ਸਾਹਿਬ ਇੱਥੋਂ ਜਾ ਚੁੱਕੇ ਹੈ। ਮਸੰਦਾਂ ਨੂੰ ਪਤਾ ਲੱਗ ਗਿਆ, ਉਹ ਵੀ ਦਰਵਾਜ਼ੇ ਖੋਲ ਕੇ ਬਹਿ ਗਏ ਵੀ ਵਿਸਾਖੀ ਹੈ, ਸੰਗਤ ਆ ਰਹੀ ਹੈ, ਚੜਾਵਾ ਕਿਤੇ ਇਹ ਨਾ ਹੋਵੇ ਵੀ ਯਾਰ ਕੀ ਮਿਲੇ ਹੀ ਕੁਝ ਨਾ, ਵੀ ਦੁਕਾਨਦਾਰੀ ਬੰਦ ਨਾ ਹੋਵੇ। ਉਹ ਵੀ ਬਹਿ ਗਏ ਉੱਥੇ ਲਾ ਕੇ ਢੇਰੀਆਂ ਤੇ ਸੰਗਤ ਜੋ ਚੜਾਵਾ ਮਾਇਆ ਲਿਆ ਰਹੀ ਹੈ, ਮਸੰਦ ਇਕੱਠੇ ਕਰੀ ਜਾ ਰਹੇ ਨੇ। ਮੱਖਣ ਸ਼ਾਹ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਲਿਆਇਆ ਤੇ ਮਸੰਦਾਂ ਨੂੰ ਤਾੜਨਾ ਕੀਤੀ ਉਸ ਵੇਲੇ ਵੀ ਤੁਸੀਂ ਚੰਗਾ ਨਹੀਂ ਕੀਤਾ, ਬਹੁਤ ਇਹਨਾਂ ਨੂੰ ਝਾੜ ਤੇ ਮਹਾਰਾਜ ਇੱਧਰ ਵੱਲੇ ਚਲੇ ਗਏ ਨੇ। ਸੰਗਤ ਇਕੱਠੀ ਹੋਈ ਸ਼ਹਿਰ ਦੀ
ਤੇਜ਼ੀ ਨਾਲ ਚੱਲੇ ਨੇ, ਚੱਲੇ ਸਾਰੇ ਨੇ, ਪਰ ਮਾਈਆਂ ਸਭ ਤੋਂ ਅੱਗੇ ਅੰਮ੍ਰਿਤਸਰ ਸਾਹਿਬ ਦੀਆਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੈਠੇ ਨੇ ਕੋਠੇ ਵਿੱਚ, ਕੋਠਾ ਸਾਹਿਬ ਗੁਰਦੁਆਰਾ। ਦਰਸ਼ਨ ਕੀਤੇ ਪਾਤਸ਼ਾਹ ਦੇ, ਦਰਸ਼ਨ ਕੀਤੇ, ਭਟਾਵਾਂ ਚੜਾਈਆਂ, ਸੇਵਾ ਜਿੰਨੀ ਹੋ ਸਕਦੀ, ਜਿੰਨੀ ਕਹਿ ਸਕਦੇ ਆ, ਕੀਤੀ ਭਾਵਨਾ ਦੇ ਨਾਲ। ਮਹਾਰਾਜ ਸਾਹਿਬ ਅੱਗੇ ਹੱਥ ਹੀ ਜੋੜੀ ਗਈਆਂ ਮਾਈਆਂ, ਸਿੱਖ ਸੰਗਤਾਂ ਬੇਨਤੀਆਂ ਕੀਤੀਆਂ, ਪਾਤਸ਼ਾਹ ਬਖਸ਼ ਲਓ, ਸਾਡੇ ਕੋਲ ਤੁਹਾਡੀ ਅੰਮ੍ਰਿਤਸਰ ਸਾਹਿਬ ਆਇਆਂ ਦੀ ਸੇਵਾ ਨਹੀਂ ਹੋਈ, ਤੇ ਮਹਾਰਾਜ ਹੁਣ ਅੰਮ੍ਰਿਤਸਰ ਸਾਹਿਬ ਚੱਲੋ, ਅਸੀਂ ਤੁਹਾਨੂੰ ਲੈਣ ਆਏ ਹਾਂ। ਸਾਹਿਬ ਕਹਿੰਦੇ ਨਾ, ਹੁਣ ਜਾਣਾ ਨਹੀਂ, ਅਸੀਂ ਇਹ ਤੋਂ ਅੱਗੇ ਨੂੰ ਹੀ ਜਾਵਾਂਗੇ, ਪਰ ਤੁਸੀਂ ਆਏ ਹੋ, ਤੁਹਾਡੀ ਸੇਵਾ ਪ੍ਰਵਾਨ ਹੈ। ਉਦੋਂ ਮਹਾਰਾਜ ਨੇ ਬਚਨ ਕੀਤਾ ਸੀ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਇਹ ਮਾਈਆਂ ਨੂੰ ਕੱਲੀ ਅੰਮ੍ਰਿਤਸਰ ਸਾਹਿਬ ਦੀਆਂ ਤਾਂ ਆਈਆਂ ਸਨ, ਪਰ ਬਖਸ਼ਿਸ਼ ਸਾਰੀਆਂ ਹੀ ਮਾਈਆਂ ਬੀਬੀਆਂ ਨੂੰ ਹੋਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਭਗਤੀ ਵਿੱਚ ਪਰਮੇਸ਼ਰ ਨੇ ਤੁਹਾਨੂੰ ਲਾਇਆ, ਤੁਸੀਂ ਰੱਬ ਵੱਲੋਂ ਰੱਜੀਆਂ ਜੇ,